ਬੰਧਨ ਪਗ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਖੁਸ਼ੀਆਂ ਵਾਲਾ ਬੜੇ ਚਾਵਾਂ ਵਾਲਾ ਪ੍ਰਸੰਗ ਕਥਾ ਜਿਹੜੀ ਹੈ ਆਪ ਜੀ ਸਰਵਣ ਕਰ ਰਹੇ ਹੋ। ਕੱਲ੍ਹ ਤੁਸੀਂ ਸੰਗਤ ਦੀ ਸਰਵਣ ਕੀਤਾ ਮਹਾਰਾਜ ਜੀ ਦੇ ਵਿਆਹ ਨੂੰ ਜਦੋਂ 1 ਕੁ ਮਹੀਨਾ ਰਹਿ ਗਿਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਤੇ ਗੁਰੂ ਅਰਜਨ ਦੇਵ ਜੀ ਨੇ ਸਭਨਾਂ ਨੂੰ ਸੁਨੇਹੇ ਭੇਜੇ ਜੀ ਸਿੱਖ ਭੇਜੇ ਜੀ। ਉਹ ਸੁਨੇਹਿਆਂ ਨੂੰ ਸੁਣ ਕੇ ਪੜ੍ਹ ਕੇ ਜਿੰਨੇ ਉਹ ਸੁਨੇਹੇ ਸੁਣੇ ਸਭਨਾਂ ਨੂੰ ਚਾਅ ਚੜ੍ਹ ਗਿਆ ਜੀ। ਗੋਇੰਦਵਾਲ ਸਾਹਿਬ ਵਾਲੇ ਤੁਰੇ ਸਾਰਾ ਪਰਿਵਾਰ ਲੈ ਕੇ ਰਸਤੇ 'ਚ ਖਡੂਰ ਸਾਹਿਬ ਰੁਕੇ। ਖਡੂਰ ਸਾਹਿਬ ਵਾਲੇ ਵੀ ਉਹਨਾਂ ਦੇ ਨਾਲ ਮਿਲ ਗਏ। ਅੱਗੋਂ ਫਿਰ ਇਕੱਠੇ ਹੋ ਕੇ ਸਾਰੇ ਅੰਮ੍ਰਿਤਸਰ ਆਏ ਨੇ ਜੀ।
ਜਦੋਂ ਅੰਮ੍ਰਿਤਸਰ ਆਏ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੈ। ਬਾਲ ਸਰੂਪ ਹੈ, ਬਹੁਤਾ ਹੀ ਸੋਹਣਾ ਸਰੂਪ ਹੈ ਮਹਾਰਾਜ ਜੀ ਦਾ ਜੀ। ਬਾਬਾ ਦਾਤੂ ਜੀ ਨੂੰ ਕਹਿਣਾ ਪਿਆ, ਬੜੇ ਬੜੇ ਸੋਹਣੇ ਲੋਕ ਵੇਖੇ ਹੈ, ਪਰ ਗੁਰੂ ਅਰਜਨ ਦੇਵ ਜੀ ਤੁਹਾਡੇ ਪੁੱਤਰ ਵਰਗਾ ਸੋਹਣਾ ਕੁੱਲ ਦੁਨੀਆ ਉੱਤੇ ਕੋਈ ਨਹੀਂ ਹੈਗਾ ਜੀ। ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਹੈ ਹੀ ਬੜਾ ਸੋਹਣਾ ਸਰੂਪ, ਬਹੁਤਾ ਹੀ ਸੋਹਣਾ ਸਰੂਪ ਸੱਚੇ ਪਾਤਸ਼ਾਹ ਜੀ ਦਾ। ਸਾਰਿਆਂ ਨੇ ਪਿਆਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦੀਆਂ ਜੀ ਕੌਣ ਕੌਣ ਜੀ? ਬਾਬਾ ਦਾਤੂ ਜੀ ਦੇ ਮਹਿਲ, ਬਾਬਾ ਮੋਹਰੀ ਜੀ ਦੇ ਮਹਿਲ, ਅੱਗੋਂ ਹੋਰ ਸਾਰਾ ਪਰਿਵਾਰ, ਇਸਤਰੀਆਂ ਸਭ ਇਕੱਠੀਆਂ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਨੇ। ਬੜਾ ਹੀ ਸਭਨਾਂ ਨੂੰ ਚਾਅ ਚੜ੍ਹਦਾ ਹੈ, ਬੜਾ ਹੀ ਚਾਅ ਚੜ੍ਹਦਾ ਹੈ। ਕਿਉਂ? ਪੋਤਰਿਆਂ ਵਰਗੇ ਹੈ। ਬੜਾ ਹੀ ਚਾਅ ਚੜ੍ਹਿਆ, ਬੜੀਆਂ ਹੀ ਖੁਸ਼ੀਆਂ ਮਨਾਈਆਂ। ਉਹਦੇ ਤੋਂ ਅੱਗੇ ਸੰਗਤ ਜੀ ਤੁਸੀਂ ਸਰਵਣ ਕੀਤਾ। ਸਾਰੇ ਰਹੇ ਆ, ਕਈ ਦਿਨ ਇਕੱਠੇ ਹੋ ਕੇ ਸਲਾਹਾਂ ਚੱਲਦੀਆਂ ਰਹੀਆਂ, ਖੁਸ਼ੀਆਂ ਦਾ ਮਾਹੌਲ ਬਣਿਆ ਉੱਥੇ। ਉਹਦੇ ਤੋਂ ਬਾਅਦ ਬਰਾਤ ਚੜ੍ਹਨ ਵਾਲਾ ਦਿਨ ਆ ਗਿਆ ਜੀ। 4-5 ਦਿਨ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਰਾਤ ਤੋਰੀ ਹੈ। ਅਤੇ ਸੰਗਤ ਜੀ ਤੁਸੀਂ ਬਰਾਤ ਜਦੋਂ ਚੜ੍ਹੀ ਹੈ, ਉਹ ਪ੍ਰਸੰਗ ਤੁਸੀਂ ਕੱਲ੍ਹ ਸਰਵਣ ਕੀਤਾ ਜੀ। 2 ਸ਼ਬਦ ਵਰਤਦੇ ਆ, ਬਰਾਤ ਵੀ ਕਹਿੰਦੇ ਆ ਅਤੇ ਜੰਝ ਵੀ ਕਹਿੰਦੇ ਆ ਜੀ। ਹਾਂਜੀ, ਗੁਰਬਾਣੀ 'ਚ ਜੰਝ ਸ਼ਬਦ ਆਇਆ ਹੈ ਜੀ। ਗੁਣ ਜੰਝ ਲਾੜੇ ਨਾਲ ਸੋਹੈ, ਇਹ ਸ਼ਬਦ ਮਹਾਰਾਜ ਦੀ ਬਾਣੀ ਵਿੱਚ ਆਇਆ ਹੈ ਜੀ। ਗੱਜ ਕੇ ਆਖੋ, ਜੰਝ ਚੜ੍ਹੀ ਜੰਝ ਜੀ। ਬੜਾ ਹੀ ਖੁਸ਼ੀਆਂ, ਬੜੀਆਂ ਹੀ ਚਾਅ। ਅਤੇ ਤੁਸੀਂ ਸੁਣਿਆ ਮਾਤਾ ਗੰਗਾ ਜੀ ਸਭ ਇਸਤਰੀਆਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਰਬਾਰ ਸਾਹਿਬ ਲੈ ਕੇ ਗਏ ਜੀ। ਉੱਥੇ ਮੱਥਾ ਟੇਕਣਾ ਮਰਿਆਦਾ ਸੀਗੀ ਜੀ। ਹੁਣ ਤਾਂ ਟਰੈਂਡ ਹੀ ਬਦਲ ਗਏ, ਕਿਤੇ ਕਿਤੇ ਹੁਣ ਵੀ ਇਹ ਮਰਿਆਦਾ ਹੈਗੀ ਜੀ। ਗੁਰਸਿੱਖ ਪਰਿਵਾਰਾਂ ਵਿੱਚ ਨਾ ਹੁਣ ਵੀ ਇਹ ਮਰਿਆਦਾ ਹੈ ਕਿ ਜਦੋਂ ਜੰਝ ਤੋਰਦੇ ਆ ਨਾ, ਪਹਿਲਾਂ ਲਾਗੇ ਜਿਹੜਾ ਗੁਰੂ ਘਰ, ਉੱਥੇ ਜਾ ਕੇ ਮੱਥਾ ਟੇਕਦੇ ਆ ਜੀ ਉਹ। ਹਾਂਜੀ, ਉੱਥੇ ਅਰਦਾਸ ਹੁੰਦੀ ਹੈ, ਹੁਕਮਨਾਮਾ ਹੁੰਦਾ, ਫਿਰ ਜੰਝ ਅੱਗੇ ਤੁਰਦੀ ਹੈ ਜੀ। ਸੰਗਤ ਜੀ, ਮਹਾਰਾਜ ਦੀ ਜਿਸ ਤਰ੍ਹਾਂ ਦੀ ਤਿਆਰੀ ਉਹ ਤੁਸੀਂ ਸੁਣਿਆ ਜੀ। ਬੜੇ ਸੋਹਣੇ ਸ਼ਾਹੀ ਪੁਸ਼ਾਕਾਂ ਮਹਾਰਾਜ ਦੇ ਤਨ 'ਤੇ ਪਾਈ ਹੈ, ਪੁਸ਼ਾਕਾਂ ਪਾਇਆ ਵਾ। ਅਤੇ ਨਾਲ ਵੀ ਕਈ ਪੁਸ਼ਾਕੇ ਲਏ ਜੀ, ਵਧੀਆ ਵਧੀਆ ਜੀ। ਮਹਾਰਾਜ ਨੇ ਕਈ ਦਿਨ ਪਹਿਲਾਂ ਇਹ ਤਿਆਰੀ ਕਰਵਾਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੀ। ਬੜੇ ਸੋਹਣੇ ਗਹਿਣੇ ਪਾਏ ਆ, ਹੱਥਾਂ 'ਚ ਸੋਨੇ ਦੇ ਕੜੇ ਪਾਏ ਗਏ ਆ ਜੀ। ਹੋਰ ਬੜੇ ਗਹਿਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਲ ਰੰਗ ਦਾ ਸੋਹਣਾ ਦਸਤਾਰਾ ਸਜਾਇਆ, ਜਿਸ ਦਸਤਾਰੇ ਦੇ ਉੱਤੇ ਸੋਨੇ ਦੀ ਕਢਾਈ ਹੈਗੀ ਆ ਜੀ। ਉਹ ਦਸਤਾਰਾ ਮਹਾਰਾਜ ਨੇ ਸਜਾਇਆ। ਕਲਗੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਜਾਈ ਹੈ, ਜਿਸ ਕਲਗੀ ਦੇ ਵਿੱਚ ਹੀਰੇ ਲੱਗੇ ਹੋਏ ਨੇ ਜੀ। ਕਲਗੀ ਬੜੀ ਫੱਬਦੀ ਹੈ। ਮੈਂ ਕਹਿੰਦਾ ਕਲਗੀ ਵੀ ਐਡੀ ਸੋਹਣੀ ਨਹੀਂ ਜਿੱਡਾ ਸੋਹਣਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਿਹਰਾ ਹੈ ਜੀ। ਜਿੱਡਾ ਸੋਹਣਾ ਸਤਿਗੁਰੂ ਜੀ ਦਾ ਮੁਖਾਰਬਿੰਦ ਹੈ ਨਾ, ਹੀਰੇ ਵੀ ਐਡੇ ਸੋਹਣੇ ਨਹੀਂ ਹੈਗੇ। ਮਹਾਰਾਜ ਗਰੀਬ ਨਵਾਜ ਜੀ ਦੇ ਦਾੜੇ ਦੇ ਘੁੰਗਰਾਲੇ ਵਾਲ, ਕੇਸ ਜਿਹੜੇ ਆ ਕੁੰਡਲਾਂ ਵਾਲੇ, ਉਹ ਵੀ ਬੜੇ ਸੋਹਣੇ ਲੱਗਦੇ ਆ। ਗੋਲ ਗੋਲ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਦੀਆਂ ਵਾਹਿਗੁਰੂ ਮੁਖ ਦੀਆਂ ਗੱਲਾਂ ਹਨ। ਕਦੀ ਤਾਂ ਐਂ ਲਾਲ ਰੰਗ ਹੋ ਜਾਂਦਾ ਸੱਚੇ ਪਾਤਸ਼ਾਹ ਜੀ ਦਾ, ਕਦੇ ਬਿਲਕੁਲ ਹੀ ਚਿੱਟਾ ਰੰਗ ਹੋ ਜਾਂਦਾ ਹੈ। ਬੜਾ ਸੋਹਣਾ ਹੈ ਜੀ। ਜੰਝ ਚੜ੍ਹੀ ਜੀ ਜੰਝ ਜੀ। ਜੰਝ ਦਾ ਰੂਪ ਰੇਖਾ ਕੱਲ੍ਹ ਤੁਸੀਂ ਸਰਵਣ ਕੀਤੀ। ਬਹੁਤੇ ਹੀ ਗੱਡੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਗਵਾਏ, ਰੱਥ ਮੰਗਵਾਏ, ਘੋੜੇ ਮੰਗਵਾਏ, ਬੈਲ ਗੱਡੀਆਂ ਮੰਗਵਾਈਆਂ ਜੀ। ਉਹਨਾਂ ਨੂੰ ਸਜਾਇਆ ਗਿਆ ਜੀ। ਉਦੋਂ ਇਹੋ ਹੀ ਟਰਾਂਸਪੋਰਟ ਸੀਗੀ ਜੀ। ਗੱਜ ਕੇ ਆਖੋ, ਇਹੋ ਹੀ ਸੀਗਾ ਸਾਰਾ ਕੁਝ ਜੀ। ਉਹਨਾਂ ਨੂੰ ਸਜਾਇਆ ਗਿਆ ਜੀ, ਫੁੱਲਾਂ ਦੇ ਨਾਲ ਸਜਾਇਆ, ਹੋਰ ਬੜੀਆਂ ਚੀਜ਼ਾਂ ਦੇ ਨਾਲ ਸਜਾਇਆ। ਰੱਥਾਂ ਦੇ ਨਾਲ ਘੁੰਗਰੂ ਬੰਨੇ ਗਏ ਆ। ਜਿਹੜੇ ਘੋੜੇ ਨੇ ਉਹਨਾਂ ਦੇ ਪੌੜਾਂ ਦੇ ਵਿੱਚ ਸੰਗਤ ਜੀ ਘੁੰਗਰੂ ਬੱਧੇ ਗਏ ਆ। ਬੈਲਾਂ ਦੇ ਪੈਰਾਂ ਦੇ ਵਿੱਚ ਘੁੰਗਰੂ ਬੱਧੇ ਗਏ ਆ, ਤਾਂ ਕਿ ਜਦੋਂ ਚੱਲਣ ਆਵਾਜ਼ ਪੈਦਾ ਹੋਵੇ ਜੀ। ਬੜੇ ਨਗਾਰੇ ਵੱਜ ਰਹੇ ਆ, ਤੂਤੀਆਂ, ਨਫੀਰੀਆਂ, ਡਫਲੀਆਂ, ਮੁਰਲੀਆਂ ਅਤੇ ਬੌਂਸਰੀਆਂ, ਬੜਾ ਕੁਝ ਵੱਜ ਰਿਹਾ ਜੀ, ਬੜਾ ਕੁਝ ਵੱਜ ਰਿਹਾ। ਅਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨਿਮਰਤਾ ਦੇ ਘਰ, ਸ਼ਾਂਤੀ ਦੇ ਪੁੰਜ ਸੱਚੇ ਪਾਤਸ਼ਾਹ, ਸਾਰਿਆਂ ਨੂੰ ਮਹਾਰਾਜ ਨੇ ਰੱਥਾਂ 'ਤੇ ਚੜ੍ਹਾਇਆ ਜੀ। ਗੁਰੂ ਅਮਰਦਾਸ ਜੀ ਦੇ ਪਰਿਵਾਰ ਨੂੰ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਜੀ, ਸਾਰਿਆਂ ਨੂੰ ਮਹਾਰਾਜ ਨੇ ਚੜ੍ਹਾਇਆ। ਮਹਾਰਾਜ ਦੇ ਸਹੁਰਾ ਪਰਿਵਾਰ ਬਾਬਾ ਕ੍ਰਿਸ਼ਨ ਚੰਦ ਜੀ ਹੋਣੀ,
ਉਹਨਾਂ ਨੂੰ ਵੀ ਬੜਾ ਚਾਅ ਹੈ, ਉਹ ਵੀ ਬੈਠੇ ਨੇ ਗੱਡਿਆਂ ਵਿੱਚ ਜੀ, ਰੱਥਾਂ ਤੇ ਚੜ੍ਹੇ ਆ। ਬੀਬੀਆਂ ਨਹੀਂ ਸੀ ਜਾਂਦੀਆਂ ਜੀ ਉਸ ਸਮੇਂ ਬਰਾਤ ਵਿੱਚ, ਉਹ ਵੀ ਬੈਠੇ ਨੇ ਸਾਰੇ ਰੱਥਾਂ ਵਿੱਚ। ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਵੀ ਬਰਾਤ ਵਿੱਚ ਸ਼ਾਮਲ ਨੇ ਜੀ। ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, ਭਾਈ ਪਿਰਾਣਾ ਜੀ, ਇਹ ਸਾਰੇ ਹੀ ਗੁਰਸਿੱਖ ਜਿਹੜੇ ਆ ਨਾ ਜੀ, ਉਹ ਬਰਾਤ ਵਿੱਚ ਸ਼ਾਮਲ ਹੋਏ ਨੇ ਜੀ। ਭਾਈ ਉਮਰਾ ਸ਼ਾਹ ਜੀ, ਭਾਈ ਕਲਿਆਣਾ ਜੀ, ਭਾਈ ਸ਼ਾਲੋ ਜੀ, ਹੋਰ ਬੜੇ ਗੁਰਸਿੱਖ ਮਹਾਂਪੁਰਖ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਸਾਰੇ ਬਰਾਤ ਦੇ ਵਿੱਚ ਸ਼ਾਮਲ ਹਨ ਜੀ। ਇੱਕ ਸਜਾਇਆ ਹੋਇਆ ਜਿਹੜਾ ਰੱਥ ਸੀ ਨਾ ਜੀ, ਉਹਦੇ ਤੇ ਬਾਬਾ ਬੁੱਢਾ ਜੀ ਨੂੰ ਬਿਠਾਇਆ ਗਿਆ ਜੀ। ਥੋੜੇ ਦਿਨਾਂ ਨੂੰ ਮਹਾਰਾਜ ਦਾ ਆਗਮਨ ਗੁਰਪੁਰਬ ਹੈ। ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਦੀ ਅਰਦਾਸ ਹੀ ਬਾਬਾ ਬੁੱਢਾ ਜੀ ਨੇ ਕੀਤੀ, ਬਚਨ ਹੀ ਬਾਬਾ ਬੁੱਢਾ ਜੀ ਨੇ ਕੀਤਾ ਜੀ। 65 ਤਰ੍ਹਾਂ ਦੀ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਉਸਤਾਦ ਵੀ ਨੇ ਜੀ, ਬਾਹਰੀ ਤੌਰ ਤੇ ਜੀ। ਉਂਝ ਤੇ ਸਤਿਗੁਰੂ ਬੜੇ ਵੱਡੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਬੜਾ ਹੀ ਚਾਅ ਬਾਬਾ ਜੀ ਵੀ ਬੈਠ ਗਏ ਆ, ਨਾਲ ਸਿੱਖ ਵੀ ਬੈਠੇ ਆ, ਸਾਰੇ ਬਰਾਤ ਚੱਲਣ ਲੱਗੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠੇ ਨੇ ਜੀ। ਬੜਾ ਬਲੀ ਘੋੜਾ ਹੈ ਜੀ, ਘੋੜਾ ਸਜਾਇਆ। ਸਾਰਿਆਂ ਨੂੰ ਤੋਰ ਕੇ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ 'ਚ ਨਮਸਕਾਰ ਕਰਕੇ ਤੇ ਸੱਚੇ ਪਾਤਸ਼ਾਹ ਆਪ ਪਾਲਕੀ ਸਾਹਿਬ ਦੇ ਵਿੱਚ ਬੈਠੇ ਨੇ ਜੀ। ਮਗਰ ਸੱਚੇ ਪਾਤਸ਼ਾਹ ਮਹਾਰਾਜ ਆ ਰਹੇ ਆ। ਬੜਾ ਬੈਂਡ ਬਾਜਾ ਵੱਜ ਰਿਹਾ ਜੀ ਉਸ ਸਮੇਂ ਦਾ ਜਿਹੜਾ ਸੀਗਾ ਜੀ। ਤੂਤੀਆਂ, ਨਫੀਰੀਆਂ, ਡਫਲੀਆਂ, ਨਗਾਰੇ, ਧੌਂਸੇ ਖੜਕ ਰਹੇ ਆ, ਵੱਜ ਰਹੇ ਆ। ਕਹਿੰਦੇ ਆ ਜਿਵੇਂ ਬਹੁਤ ਤੇਜ਼ੀ ਦੇ ਨਾਲ ਦਰਿਆ ਜਿਹੜਾ ਉਹ ਚੱਲਦਾ ਹੈ ਨਾ, ਤੇ ਪਤਾ ਲੱਗਦਾ ਵੀ ਚੱਲ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਬਰਾਤ ਨਿਕਲੀ ਜੀ। ਲੋਕਾਂ ਨੇ ਕੋਠਿਆਂ ਤੇ ਚੜ੍ਹ ਕੇ ਬਰਾਤ ਵੇਖੀ। ਐਡੀ ਸ਼ਾਹੀ ਬਰਾਤ ਜੀ, ਇੰਨਾ ਵਧੀਆ ਮਾਹੌਲ ਜੀ। ਕਾਰਨ ਇਹ ਹੈ, ਰੱਬੀ ਜਿਹੜੇ ਬੰਦੇ ਹੁੰਦੇ ਆ ਨਾ, ਉਹ ਆਪਣੇ ਮਨ ਨਾਲ ਹੀ ਸਾਰਿਆਂ ਨੂੰ ਖੁਸ਼ ਕਰ ਦਿੰਦੇ। ਜੇ ਉਹਨਾਂ ਦੀ ਖੁਸ਼ੀ ਹੈ ਨਾ ਜੀ, ਉਹ ਸਾਰਿਆਂ ਨੂੰ ਖੁਸ਼ ਕਰ ਦੇਣਗੇ ਜੀ। ਜੇ ਉਹ ਬੈਰਾਗੀ ਹੈ, ਉਹਨਾਂ ਦੀ ਭਗਤੀ ਦਾ ਅਸਰ ਵਰਤਦਾ, ਉਹ ਸਾਰਿਆਂ ਨੂੰ ਬੈਰਾਗੀ ਵੀ ਕਰ ਦਿੰਦੇ ਆ ਜੀ। ਐਡੇ ਮਹਾਂਪੁਰਖ ਖੁਸ਼ ਬੈਠੇ ਨੇ, ਤੇ ਫਿਰ ਖੁਸ਼ ਦੁਨੀਆ ਕਿਉਂ ਨਹੀਂ ਹੋਏਗੀ ਜੀ। ਸੋ ਸੰਗਤ ਜੀ, ਇਹ ਜਦੋਂ ਬਰਾਤ ਤੁਰੀ ਆ, ਇੰਨਾ ਜ਼ਿਆਦਾ ਉੱਥੇ ਸਾਜ਼ ਵੱਜੇ ਆ, ਘੁੰਗਰੂ ਵੱਜ ਰਹੇ ਆ। ਕਹਿੰਦੇ ਇੱਕ ਦੂਜੇ ਨਾਲ ਉੱਚੀ ਬੋਲ ਕੇ ਗੱਲ ਕਰਨੀ ਪੈ ਰਹੀ ਸੀ, ਆਵਾਜ਼ ਨਹੀਂ ਸੀ ਸੁਣਦੀ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਚੱਲੋ ਸਾਰੇ ਬਰਾਤ ਵਿੱਚ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੜੀ ਛੰਦ ਗਮਨੇ ਸੋ ਪੰਥ ਦਿਨ ਰਹਿਤ ਜਾਮ। ਸਾਧ ਸੰਗਤ ਜੀ, ਇੱਕ ਪੈਰ ਚੱਲੇ ਮਹਾਰਾਜ ਸੱਚੇ ਪਾਤਸ਼ਾਹ ਜੀ, ਹਾਂਜੀ, ਤੇ ਇੱਕ ਪੈਰ ਦਿਨ ਦਾ ਰਹਿ ਗਿਆ ਜੀ। ਚਲਦਿਆਂ ਦੁਪਹਿਰ ਹੋ ਗਈ ਜੀ, ਹਾਂਜੀ, ਇੱਕ ਪੈਰ ਹੀ ਦਿਨ ਦਾ ਰਹਿ ਗਿਆ ਜੀ, ਹਾਂਜੀ। ਜੁਗ ਕੋ ਸਜਾਏ ਠਾਨਿਓ ਬਿਸਰਾਮ। ਥੋੜੀ ਕੋ ਅੱਗੇ ਗਏ ਸੱਚੇ ਪਾਤਸ਼ਾਹ ਤੇ ਸੁਲਤਾਨਵਿੰਡ ਪਿੰਡ ਆ ਗਿਆ ਜੀ। ਸੁਲਤਾਨਵਿੰਡ ਪਿੰਡ ਵਾਲਿਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਥੇ ਰੁਕੋ ਮਹਾਰਾਜ, ਅਸੀਂ ਬਰਾਤ ਦੀ ਸੇਵਾ ਕਰਨੀ ਚਾਹੁੰਦੇ ਹਾਂ। ਗੁਰਦੁਆਰਾ ਅਟਾਰੀ ਸਾਹਿਬ ਬਣਿਆ ਨਾ ਜੀ, ਹਾਂਜੀ, ਉਹ ਇਸੇ ਦੀ ਯਾਦ ਵਿੱਚ ਹੈਗਾ ਹੈ ਜੀ। ਉਹਨਾਂ ਨੇ ਫਿਰ ਬਰਾਤ ਰੋਕੀ ਜੀ, ਬਰਾਤ ਦੀ ਰੋਕ ਕੇ ਸੇਵਾ ਕੀਤੀ ਜੀ, ਹਾਂਜੀ। ਚੱਲ ਪ੍ਰਥਮ ਸਿਵਰ ਕੀ ਥੋਰ ਦੂਰ। ਥੋੜੀ ਦੂਰ ਅੱਗੇ ਜਾ ਕੇ ਸਤਿਗੁਰਾਂ ਨੇ ਤੰਬੂ ਲਵਾ ਲਏ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਰੁਕ ਗਏ। ਬਰਾਤ ਦਾ ਪਹਿਲਾ ਪੜਾਅ ਹੋ ਗਿਆ ਜੀ। ਬਹੁਤ ਕੁਝ ਸੁਲਤਾਨਵਿੰਡ ਦੀ ਸੰਗਤ ਨੇ ਤਿਆਰ ਕੀਤਾ ਸੀ। ਸੰਗਤ ਜੀ, ਅੰਮ੍ਰਿਤਸਰ ਸ਼ਹਿਰ ਵਸਣ ਤੋਂ ਪਹਿਲਾਂ ਦਾ ਪਿੰਡ ਹੈ ਸੁਲਤਾਨਵਿੰਡ ਪਿੰਡ ਜੀ। ਬੜਾ ਕੁਝ ਤਿਆਰ ਕੀਤਾ, ਉਹ ਸਾਰਾ ਕੁਝ ਵਰਤਾਇਆ ਜੀ ਉੱਥੇ ਜੀ, ਹਾਂਜੀ। ਉਤਰੀ ਬਰਾਤ ਸ਼ੋਭੰਤ ਰੂਰ। ਬੜੀ ਸੋਹਣੀ ਬਰਾਤ ਜਿਹਦੀ ਸ਼ੋਭਾ ਹੀ ਬੜੀ ਹੈ, ਜਿਹਦੇ ਵਿੱਚ ਇੱਕ ਦੂ ਇੱਕ ਚੜ੍ਹੰਦੀਆਂ ਬੜੇ ਵੱਡੇ ਮਹਾਂਪੁਰਖ ਸ਼ਾਮਲ ਨੇ। ਉਹ ਸਾਰੇ ਫਿਰ ਉੱਥੇ ਉਤਰ ਗਏ ਜੀ, ਹਾਂਜੀ। ਗਨ ਤ੍ਰਿਯ ਸੰਗ ਲੈ ਗੰਗ ਆਏ। ਮਾਤਾ ਗੰਗਾ ਜੀ ਉੱਥੇ ਵੀ ਆ ਗਏ ਜੀ। ਪਤਾ ਲੱਗਾ ਵੀ ਥੋੜੀ ਦੂਰ ਹੈ ਤੇ ਮਾਤਾ ਜੀ ਉੱਥੇ ਹੀ ਪਹੁੰਚ ਗਏ ਜੀ ਬੀਬੀਆਂ ਨੂੰ ਲੈ ਕੇ, ਹਾਂਜੀ। ਨਿਜ ਸਦਨ ਪਰਵੇਸ਼ਤ ਰੁਚਿਰ ਗਾਏ। ਗੱਜ ਕੇ ਆਖੋ ਦਰਸ਼ਨ ਮੇਲੇ ਕਰਕੇ ਫਿਰ ਮਾਤਾ ਜੀ ਗੁਰੂ ਕੇ ਮੇਲਾ ਨੂੰ ਚਲੇ ਗਏ ਜੀ, ਹਾਂਜੀ।
ਗੁਰੂ ਕੇ ਮਹਿਲਾਂ ਦੇ ਵਿੱਚ ਚਲੇ ਗਏ। ਸੁਖ ਚਾਹਤ ਪੁੱਤਰ ਮਹਿ ਅਧਿਕ ਤੇ ਪਿਆਰ। ਮਾਤਾ ਗੰਗਾ ਜੀ ਬੀਬੀਆਂ ਨੂੰ ਕਹਿਣ ਲੱਗੇ ਗੀਤ ਨਹੀਂ ਗਾਉਣੇ, ਗੁਰਬਾਣੀ ਗਾਉਣੀ ਹੈ। ਕਹਿਣ ਲੱਗੇ ਗੁਰਬਾਣੀ ਗਾਓ, ਸੁੱਖ ਸੁੱਖਾਂ ਦੇ ਨਾਲ ਮੇਰਾ ਪੁੱਤਰ ਵਿਆਹ ਕਰਾ ਕੇ ਵਾਪਸ ਘਰ ਵਿੱਚ ਆਵੇ। ਬਿਸ਼ਰਿਓ ਸੋ ਪ੍ਰਥਮ ਜਿਸ ਨਿਤ ਨਿਹਾਰ। ਮਾਤਾ ਜੀ ਸਦਾ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਲ ਰੱਖਦੇ ਸੀਗੇ ਜੀ। ਪਹਿਲੀ ਵਾਰੀ ਵਿਛੋੜਾ ਪਿਆ ਸਰੀਰ ਦਾ ਜੀ, ਪਹਿਲੀ ਵਾਰੀ ਵਿਛੋੜਾ ਪਿਆ। ਮਾਤਾ ਜੀ ਪਿੱਛੋਂ ਬਾਣੀ ਪੜ੍ਹਦੇ ਆ ਜੀ। ਹਾਂਜੀ, ਸੁਤ ਸਹਿਤ ਸਨੂਖਾ ਪਿਖਵ ਫੇਰ। ਮਾਤਾ ਜੀ ਬੀਬੀਆਂ ਨਾਲ ਗੱਲਾਂ ਕਰਦੇ। ਭਾਗਾਂ ਵਾਲੀ ਘੜੀ ਹੋਏਗੀ ਜਦੋਂ ਨੌ ਮੇਰੀ ਘਰ ਚ ਆਏਗੀ ਜੀ। ਨੌ ਵੀ ਆਮ ਨਹੀਂ ਜੀ। ਮਾਤਾ ਦਮੋਦਰੀ ਜੀ ਬੜੀ ਭਗਤੀ ਦੇ ਮਾਲਕ ਜੀ। ਜਿਸ ਬੀਬੀ ਦਾ ਵਿਆਹ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੋ ਰਿਹਾ, ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਉਹ ਬੀਬੀ ਤੇ ਸਧਾਰਨ ਹੋ ਹੀ ਨਹੀਂ ਸਕਦੀ ਜੀ। ਮਾਤਾ ਜੀ ਕਹਿੰਦੇ ਭਾਗਾਂ ਵਾਲੀ ਉਹ ਘੜੀ ਹੋਵੇਗੀ ਜਦੋਂ ਮੈਂ ਉਹ ਦ੍ਰਿਸ਼ ਦੇਖਾਂਗੀ। ਹਾਂਜੀ, ਔਰ ਸਿਮਰ ਸਿਮਰ ਕਹਿ ਬੇਰ ਬੇਰ। ਮਾਤਾ ਜੀ ਨਾ ਜੀ ਬਸ ਬਾਰ-ਬਾਰ ਉਹ ਸਮਾਂ ਚੇਤਾ ਕਰੀ ਜਾਂਦੇ ਵੀ ਕਿਹੜਾ ਵੇਲਾ ਹੋਵੇ ਤੇ ਬਰਾਤ ਵਾਪਸ ਆ ਜੇ। ਅਜੇ ਤੇ ਤੁਰੇ ਹੀ ਨੇ ਜੀ, ਪਰ ਮਾਤਾ ਜੀ ਨੂੰ ਸੀ ਵੀ ਛੇਤੀ ਛੇਤੀ ਵਿਆਹ ਕੇ ਘਰ ਆ ਜਾਣ ਜੀ। ਹਾਂਜੀ, ਗੁਰ ਕਿਰਪਾ ਪਾਏ ਆਵਹਿ ਆਨੰਦ। ਗੁਰੂ ਸਾਹਿਬ ਕਿਰਪਾ ਕਰਨ। ਮਾਤਾ ਜੀ ਕਹਿੰਦੇ ਵਿਆਹ ਹੋ ਕੇ, ਵਿਆਹ ਕਰਕੇ ਛੇਤੀ ਛੇਤੀ ਆਉਣ, ਬੜਾ ਹੀ ਆਨੰਦ ਵੱਜੇਗਾ ਮੈਨੂੰ ਜੀ। ਹਾਂਜੀ, ਸਭ ਤ੍ਰੀय ਕਹਿਤ ਤੁਵ ਆਨੰਦ ਚੰਦ। ਤੇ ਬੀਬੀਆਂ ਮਾਤਾ ਗੰਗਾ ਜੀ ਨੂੰ ਕਹਿਣ ਲੱਗੀਆਂ ਮਾਤਾ ਜੀ ਤੁਹਾਡੇ ਬੜੇ ਵੱਡੇ ਭਾਗ। ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਤੁਹਾਡੇ ਬੜੇ ਵੱਡੇ ਭਾਗ, ਤੁਸੀਂ ਗੁਰੂ ਰਾਮਦਾਸ ਜੀ ਦੇ ਨਹੁੰ ਬਣੇ ਹੋ। ਕਹਿਣ ਲੱਗੇ ਤੁਸੀਂ ਗੁਰੂ ਰਾਮਦਾਸ ਜੀ ਦੀ ਨਹੁੰ। ਗੁਰੂ ਅਰਜਨ ਦੇਵ ਜੀ ਦੇ ਮਹਿਲ, ਜਗਤ ਗੁਰੂ ਮਾਲਕ ਆਪ ਰੱਬ ਪਰਮੇਸ਼ਰ, ਉਹਨਾਂ ਦੇ ਮਹਿਲ 'ਚ ਤੁਸੀਂ। ਤੇ ਤੀਜੀ ਗੱਲ, ਤੁਹਾਡਾ ਪੁੱਤਰ ਚੰਦ ਵਰਗਾ। ਕਹਿਣ ਲੱਗੇ ਐਡਾ ਸੋਹਣਾ ਪੁੱਤਰ। ਮਾਤਾ ਜੀ ਤੁਹਾਡੇ ਬੜੇ ਹੀ ਵੱਡੇ ਭਾਗ, ਤੁਹਾਡੇ ਬੜੇ ਹੀ ਵੱਡੇ ਭਾਗ। ਹਾਂਜੀ, ਦੋਹਰਾ ਖਾਨ ਪਾਨ ਉੱਤਮ ਕਰਿਓ ਨਿਸਾ ਬਿਖੋ ਹਰ ਸੋਏ। ਥੋੜੀ ਅੱਗੇ ਜਾ ਕੇ ਸਤਿਗੁਰਾਂ ਨੇ ਸੰਗਤ ਜੀ ਵਿਸ਼ਰਾਮ ਕੀਤਾ ਜੀ। ਬਰਾਤ ਦਾ ਪੜਾਅ ਹੋ ਗਿਆ ਜੀ। ਰਾਤ ਖੂਬ ਲੰਗਰ ਵਰਤਿਆ ਜੀ, ਆਰਾਮ ਕੀਤਾ ਜੀ। ਤੇ ਬਿਖੋ ਪਰ ਸੋਏ, ਰਾਤ ਆਰਾਮ ਕੀਤਾ ਸਾਰਿਆਂ ਨੇ। ਸ਼੍ਰੀ ਸਤਿਗੁਰ ਅਰਜਨ ਨਿਕਟ ਹਰ ਗੋਬਿੰਦ ਤਬ ਹੋਏ। ਤੇ ਉਹ ਜਿਹੜਾ ਹਾਰ ਸ਼ਿੰਗਾਰ ਕੀਤਾ ਸੀ ਨਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹ ਫਿਰ ਰਾਤ ਉਤਾਰਿਆ ਜੀ। ਤੇ ਗੁਰੂ ਅਰਜਨ ਦੇਵ ਸਾਹਿਬ ਆਪਣੇ ਲਾਗੇ ਆਰਾਮ ਕਰਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੀ। ਜਿੱਥੇ ਸਤਿਗੁਰਾਂ ਦਾ ਪਲੰਘਾ ਸੀ ਉੱਥੇ ਆਰਾਮ ਕਰਾਇਆ ਮਹਾਰਾਜ ਨੂੰ। ਹਾਂਜੀ, ਪਾਤੜੀ ਛੰਦ ਜਬ ਰਹੀ ਜਾਮਨੀ ਆਨ ਜਾਮ। ਹੁਣ ਵਿਆਹਾਂ ਵਿੱਚ ਨਿਤਨੇਮ ਕੌਣ ਕਰਦਾ ਜੀ? ਗੱਜ ਕੇ ਆਖੋ ਵਾਹਿਗੁਰੂ। ਮੈਂ ਵੇਖਿਆ ਚੰਗੇ ਚੰਗੇ ਬੰਦੇ ਜੀ, ਜਿਸ ਦਿਨ ਵਿਆਹ ਹੁੰਦਾ ਜੀ ਕੋਈ ਜਪਜੀ ਸਾਹਿਬ ਨਹੀਂ, ਕੋਈ ਜਾਪ ਸਾਹਿਬ ਨਹੀਂ ਜੀ। ਹਾਂਜੀ, ਇੱਕ ਕਿਸੇ ਜੋੜੀ ਦਾ ਵਿਆਹ ਕਰਾਉਣਾ ਸੀਗਾ ਤੇ ਮੈਂ ਤਾਬਿਆ ਬੈਠਾ ਸਾਂ ਜੀ। ਲਾੜਾ ਅੰਮ੍ਰਿਤਧਾਰੀ ਤਬਲਾ ਵਜਾਉਂਦਾ ਸੀਗਾ ਜੀ, ਫਤਿਹ ਸਿੰਘ ਉਹਦਾ ਨਾਮ ਜੀ, ਰਣਜੀਤ ਐਵਨਿਊ ਗੁਰਦੁਆਰੇ। ਤੇ ਮਹਾਰਾਜਿਆਂ ਵਾਲੇ ਉਹਨੇ ਕੱਪੜੇ ਪਾਏ ਜੀ, ਚਾਂਦੀ ਦੀ ਤਲਵਾਰ ਹੱਥ 'ਚ ਫੜੀ ਜੀ ਉਹਨੇ ਜੀ, ਵੱਡਾ ਦਮਾਲਾ ਸਜਾਇਆ ਜੀ ਉਹਨੇ ਜੀ। ਹਾਂਜੀ, ਤੇ ਜਦੋਂ ਲਾਵਾਂ ਤੇ ਆਇਆ ਤੇ ਮੈਂ ਪੁੱਛਿਆ ਵੀ ਨਿਤਨੇਮ ਕੀਤਾ? ਹਾਂਜੀ, ਵੱਡਾ ਦਮਾਲਾ ਸਜਾਇਆ ਤੇ ਇੰਜ ਨਾ ਕਰੇ ਜੀ। ਹਾਂਜੀ, ਮੈਂ ਉੱਠ ਤੇ ਪਹਿਲਾਂ ਨਿਤਨੇਮ ਕਰ। ਕਹਿੰਦਾ ਜੀ ਜਪਜੀ ਸਾਹਿਬ ਕੀਤਾ, 4 ਬਾਣੀਆਂ ਨਹੀਂ ਕੀਤੀਆਂ ਜੀ। ਮੈਂ ਤੂੰ 3 ਕਰ, ਜਾਪ ਸਾਹਿਬ ਸਿੰਘ ਕਰ ਦਿੰਦਾ ਨਾਲ ਦਾ, ਨਿਤਨੇਮ ਤੇ ਪੂਰਾ ਹੋਵੇ ਘੱਟੋ ਘੱਟ ਜੀ। ਹੁਣ ਸੁਣਿਓ, ਵਿਆਹ ਦਾ ਸਮਾਂ ਜੀ, ਅੰਮ੍ਰਿਤ ਵੇਲਾ ਹੋਇਆ ਜੀ, ਸਾਰੇ ਹੀ ਜਾਗ ਗਏ ਜੀ। ਹਾਂਜੀ, ਸਿਮਰਨ ਲੱਗੇ ਸੋ ਕਰਤਾਰ ਨਾਮ। ਇਸ਼ਨਾਨ ਪਾਨ ਕੀਤਾ ਤੇ ਸਾਰੇ ਸਿਮਰਨ ਵਿੱਚ ਲੱਗ ਗਏ ਜੀ। ਹਾਂਜੀ, ਰਾਗੀ ਰਬਾਬ ਸੋ ਮਿਰਦੰਗ ਸੰਗ। ਦਰਬਾਰ ਲੱਗ ਗਿਆ ਜੀ। ਰਾਗੀ ਉਦੋਂ ਮਰਦੰਗ ਦੇ ਨਾਲ ਜੀ। ਹਾਂਜੀ, ਰਬਾਬ ਤੇ ਮਰਦੰਗ ਜੀ। ਹਾਰਮੋਨੀਅਮ ਤੇ ਤਬਲਾ ਨਹੀਂ ਸੀ ਹੁੰਦਾ ਜੀ ਉਦੋਂ। ਇੱਕ ਰਬਾਬ, ਦੂਜੀ ਮਰਦੰਗ, ਵੱਡੀ ਢੋਲਕੀ ਜੀ। ਉਹਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗੇ। ਇਨ ਕੋ ਬਜਾਏ ਗਾਵਤ ਉਤੰਗ। ਇਹਨਾਂ ਨੂੰ ਵਜਾ ਕੇ ਉੱਚੇ ਉੱਚੇ ਸੁਰ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਸਾਰੀ ਤਿਆਰੀ ਕੀਤੀ ਜੀ, ਆ ਕੇ ਦਰਬਾਰ 'ਚ ਸੱਜ ਗਏ ਜੀ। ਹਾਂਜੀ, ਛਤਰ ਸੁਖਦ ਗਾਏ ਗੁਰ ਸ਼ਬਦ ਰਾਗ। ਕਹਿੰਦੇ ਸ਼ਰੁੱਤ ਸੁਖਦ ਗਾਏ ਗੁਰ ਸ਼ਬਦ ਰਾਗ।
ਜਦੋਂ ਗੁਰੂ ਕੇ ਸਿੱਖ ਰਾਗਾਂ ਵਿੱਚ ਬਾਣੀ ਗਾਉਂਦੇ ਆ ਨਾ ਤੇ ਸੁਣਨ ਵਾਲਿਆਂ ਨੂੰ ਸੁੱਖ ਮਿਲ ਰਿਹਾ ਜੀ। ਹਾਂਜੀ, ਸਿੱਖ ਸੁਨਤ ਪ੍ਰੇਮ ਕਰ ਮਹਿਦ ਭਾਗ। ਸਿੱਖ ਬੜੇ ਪਿਆਰ ਦੇ ਨਾਲ ਬਾਣੀ ਦਾ ਕੀਰਤਨ ਸੁਣ ਰਹੇ ਆ ਜੀ। ਹਾਂਜੀ, ਇਸ਼ਨਾਨ ਆਦ ਸਭ ਸੋਚ ਕੀ। ਜਿਹੜੇ ਨਹੀਂ ਸੀ ਪਹੁੰਚੇ ਉਹਨਾਂ ਨੇ ਵੀ ਛੇਤੀ ਛੇਤੀ ਇਸ਼ਨਾਨ ਕੀਤਾ। ਨਰ ਉਠੇ ਸਕਲ ਮਤ ਨਾਮ ਪੀਨਾ। ਛੇਤੀ ਛੇਤੀ ਉੱਠ ਕੇ ਉਹ ਵੀ ਨਾਮ 'ਚ ਜੁੜ ਗਏ ਜੀ। ਕਿਉਂ? ਹੁਣ ਬਰਾਤ ਕਿਹੜੀ ਸਧਾਰਨ ਹੈ, ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖ ਉਹਦੇ ਵਿੱਚ ਨੇ ਜੀ। ਖੁਦ ਆਪ ਰੱਬ ਗੁਰੂ ਅਰਜਨ ਸਾਹਿਬ ਨੇ ਜੀ, ਤੇ ਅੰਮ੍ਰਿਤ ਵੇਲਾ ਨਹੀਂ ਮਿਸ ਕੀਤਾ ਜੀ, ਉਹ ਕੀਤਾ ਜੀ ਪੂਰਾ ਜੀ। ਹਾਂਜੀ, ਤਨ ਧਨ ਸਤਿਗੁਰੂ ਭਨਤ ਬੈਨ। ਤੇ ਫਿਰ ਲਾਗੇ ਪਿੰਡਾਂ ਦੇ ਲੋਕ ਆ ਗਏ ਜੀ ਉੱਥੇ ਜੀ। ਉਹ ਜਦੋਂ ਉਹਨਾਂ ਲਾੜੇ ਬਣੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਖੁਸ਼ੀ ਹੋ ਗਏ ਜੀ ਸਾਰੇ ਜੀ। ਸਾਰੇ ਮਹਾਰਾਜ ਨੂੰ ਧੰਨ ਧੰਨ ਕਰਦੇ, ਧੰਨ ਧੰਨ ਗੁਰੂ ਅਰਜਨ ਦੇਵ ਜੀ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਹਾਂਜੀ। ਮਹਾਰਾਜ। ਸਤਨਾਮ ਸ਼੍ਰਵਣ ਸੁਨ ਹੋਤ ਚੈਨ। ਕੁਝ ਸਮਾਂ ਕੀਰਤਨ ਹੋਇਆ ਜੀ, ਬੜੀ ਸ਼ਾਂਤੀ ਵਰਤੀ, ਸੁਣ ਕੇ ਬੜਾ ਹੀ ਆਤਮਾ ਨੂੰ ਸੁੱਖ ਪ੍ਰਾਪਤ ਹੋਇਆ ਜੀ। ਹਾਂਜੀ, ਪੁਨ ਬਜੇ ਬਾਲ ਪਿਖ ਪ੍ਰਾਤ ਕਾਲ। ਤੇ ਪੁਨ ਬਜੇ ਬਾਜ, ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਨਾ ਜੀ ਲੰਗਰ ਵਰਤਿਆ ਜੀ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਵਰਤੀਆਂ। ਮਹਾਰਾਜ ਨੇ ਨਾਲ ਹੀ ਬੜਾ ਕੁਝ ਲਿਆ ਸੀਗਾ ਜੀ, ਪਤਾ ਸੀਗਾ ਵੀ ਰਸਤੇ 'ਚ ਕਈ ਦਿਨ ਲੱਗ ਜਾਣੇ ਆ ਜੀ। ਤੇ ਮਠਿਆਈਆਂ ਵਰਤੀਆਂ, ਸਭ ਕੁਝ ਹੋ ਗਿਆ, ਗੱਡੇ ਮੁੜ ਤਿਆਰ ਹੋ ਗਏ ਜੀ। ਨਾਲੇ ਉਹਨਾਂ ਦਿਨਾਂ ਵਿੱਚ ਨਾ ਜੀ ਪਸ਼ੂਆਂ ਨੂੰ ਵੀ ਆਰਾਮ ਕਰਾਉਣਾ ਪੈਂਦਾ ਸੀਗਾ ਜੀ, ਪਸ਼ੂ ਵੀ ਆਰਾਮ ਮੰਗਦੇ ਆ ਜੀ। ਸਾਰੇ ਐ ਤਿਆਰ ਬਰ ਤਿਆਰ, ਗੱਡੇ ਮੁੜ ਸੱਜ ਗਏ ਤੇ ਸਾਰੇ ਗੱਡਿਆਂ ਤੇ ਬਹਿ ਗਏ ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖ। ਤੇ ਨਗਾਰਾ ਵੱਜਿਆ ਤੇ ਬਰਾਤ ਦੀ ਸ਼ੁਰੂਆਤ ਹੋਣ ਲੱਗੀ ਜੀ। ਹਾਂਜੀ, ਵਜਾਓ ਕਰਾ ਬੁਲਾਵੇ ਨਿਹਾਲੋ ਜਾਵੇ ਫਤਿਹ ਪਾਵੇ। ਸਤਿ ਸ੍ਰੀ ਅਕਾਲ। ਫਿਰ ਕੀ ਸੀਗਾ ਜੀ, ਅਗਲੇ ਦਿਨ ਫਿਰ ਬਰਾਤ ਤੁਰ ਪਈ ਜੀ। ਹਾਂਜੀ, ਸਭ ਥੀਏ ਤਿਆਰ ਉਰਮੁਦ ਵਿਸਾਲ। ਜਦੋਂ ਪਹਿਲਾ ਨਗਾਰਾ ਵੱਜਿਆ, ਕਈ ਫਿਰ ਵਿਆਹ ਦੇ ਸਮੇਂ 'ਚ ਲੇਟ ਵੀ ਹੋ ਜਾਂਦੇ ਆ ਨਾ ਜੀ, ਉਹ ਵੀ ਛੇਤੀ ਛੇਤੀ ਤਿਆਰ ਹੋ ਗਏ ਵੀ ਨਗਾਰਾ ਵੱਜ ਗਿਆ ਤੇ ਬਰਾਤ ਤੁਰ ਪੈਣ ਲੱਗੀ ਆ। ਹਾਂਜੀ, ਅਸਵਾਰ ਭਏ ਸਭ ਸਜਤ ਜਾਨ। ਸਾਰੇ ਅਸਵਾਰ ਸੱਜ ਗਏ ਜੀ, ਗੱਡੀਆਂ ਸੱਜ ਗਈਆਂ, ਗੱਡੇ ਸੱਜ ਗਏ ਜੀ ਜਿਹੜੇ ਉਸ ਸਮੇਂ ਦੇ ਸਨ। ਹਾਂਜੀ, ਵੱਡ ਉੱਡਿਓ ਸ਼ਬਦ ਨਹਿ ਸੁਨੀਏ ਕਾਨ। ਤੇ ਬਸ ਫਿਰ ਕੀ, ਜਦੋਂ ਰੱਥ ਤੁਰੇ ਉਸੇ ਤਰ੍ਹਾਂ ਕੱਲ ਵਾਂਗੂ ਹੀ ਖੂਬ ਆਵਾਜ਼ਾਂ ਆਉਣ ਲੱਗ ਪਈਆਂ ਜੀ। ਕੰਨਾਂ ਨਾਲ ਬਹੁਤ ਜ਼ਿਆਦਾ ਲੋਕ ਜਿਹੜੇ ਆ ਇਸ ਤਰ੍ਹਾਂ ਕਰਕੇ ਬੈਠ ਖਲੋਤੇ ਆ, ਬੜੀ ਆਵਾਜ਼ ਆ ਰਹੀ ਹੈ ਜੀ। ਹਾਂਜੀ, ਦਿਨ ਚੜੇ ਚਲਤ ਹਿਮ ਰੁਤ ਮਹਾਨ। ਸਰਦੀਆਂ ਦੇ ਦਿਨ ਨੇ ਜੀ, ਸਰਦੀਆਂ ਦੇ ਦਿਨ ਨੇ ਤੇ ਦਿਨ ਚੜ ਗਿਆ ਜੀ, ਪੂਰਾ ਦਿਨ ਲੱਗਿਆ ਉਸ ਦਿਨ ਜੀ। ਹਾਂਜੀ, ਨਹਿ ਲਗਹਿ ਸੀਤ ਹੋਏ ਤੇਜ ਭਾਨ। ਇਹ ਵੀ ਬੜੀ ਗੱਲ ਚ ਜੀ, ਸਰਦੀਆਂ 'ਚ ਲੋਕ ਉਡੀਕਦੇ ਹੀ ਰਹਿੰਦੇ ਵੀ ਦਿਨ ਲੱਗਦੇ ਅੱਜ ਦੀ। ਭਾਈ ਸੰਤੋਖ ਸਿੰਘ ਲਿਖਦੇ ਦਿਨ ਪੂਰਾ ਲੱਗਾ ਜੀ, ਕਿਸੇ ਨੂੰ ਠੰਡ ਨਹੀਂ ਲੱਗੀ ਜੀ ਫਿਰ। ਹਾਂਜੀ, ਸਿਅੰਦਨ ਤੁਰੰਗ ਅਰ ਬਹਿਲ ਜਾਲ। ਰੱਥ ਘੋੜੇ ਗੱਡ ਬੈਲ। ਹਾਂਜੀ, ਬਾਜਤ ਬਲ ਬਜੰਤ ਚਾਲਤ ਉਤਾਲ। ਸਾਰੇ ਵੱਜ ਰਹੇ ਆ ਜੀ। ਹਾਂਜੀ, ਚੱਲ ਰਹੇ ਆ, ਵਾਜੇ ਵੱਜ ਰਹੇ ਆ, ਬੜਾ ਹੀ ਆਨੰਦ ਬਣ ਰਿਹਾ ਹੈ ਜੀ। ਹਾਂਜੀ, ਵੱਡ ਧੂਲ ਉਠਤ ਵਾਹਨ ਚਲੰਤ। ਜਦੋਂ ਗੱਡੇ ਚੱਲਦੇ ਆ, ਕੱਚੇ ਰਾਹ ਨੇ ਜੀ, ਮਿੱਟੀ ਉੱਡ ਰਹੀ ਹੈ ਜੀ। ਹਾਂਜੀ, ਗਨ ਛੁਤਰ ਗਮਨ ਪਾਰਨ ਉਠੰਤ। ਤੇ ਕਹਿਣ ਲੱਗੀ ਊਂਠ ਵੀ ਨਾਲ ਲਏ ਮਹਾਰਾਜ ਨੇ, ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਤੇ ਭਾਰ ਲੱਦਿਆ ਜੀ ਬੜਾ ਜੀ, ਊਂਠ ਵੀ ਨਾਲ ਲਏ, ਉਹ ਵੀ ਪਿੱਛੇ ਪਿੱਛੇ ਆ ਰਹੇ ਆ ਜੀ। ਹਾਂਜੀ, ਗਨ ਗਾਏ ਸੁਮੰਗਤ ਪੰਥ ਬੀਚ। ਰਸਤੇ 'ਚ ਮੰਗਣ ਵਾਲੇ ਰੋਕ ਲੈਂਦੇ ਆ, ਗੀਤ ਗਾਉਂਦੇ, ਗੁਰੂ ਅਰਜਨ ਦੇਵ ਜੀ ਦੀਆਂ ਸਿਫਤਾਂ ਕਰਦੇ ਆ। ਹਾਂਜੀ, ਸਭ ਲਹਿ ਦਰਬ ਹੋਏ ਊਚ ਨੀਚ। ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦੀ ਡਿਊਟੀ ਲਾਈ। ਮਹਾਰਾਜ ਕਹਿੰਦੇ ਬਾਬਾ ਜੀ ਕਿਸੇ ਨੂੰ ਖਾਲੀ ਨਹੀਂ ਛੱਡਣਾ, ਜਿੰਨੇ ਮੰਗਣ ਵਾਲੇ ਆਉਂਦੇ ਸਾਰਿਆਂ ਨੂੰ ਮਾਇਆ ਦਿਓ ਕਹਿਣ ਲੱਗੇ। ਹਾਂਜੀ, ਜਸ ਭਨਤ ਗ੍ਰਾਮ ਜੇ ਰਾਹ ਮਾਹੇ। ਵਾਹ ਵਾਹ, ਜਿਸ ਪਿੰਡ ਦੇ ਵਿੱਚੋਂ ਬਰਾਤ ਲੰਘ ਰਹੀ ਹੈ ਨਾ ਜੀ, ਉਸੇ ਪਿੰਡ ਦੇ ਲੋਕ ਨਾਲੇ ਖੁਸ਼ ਤੇ ਨਾਲੇ ਗੁਰੂ ਸਾਹਿਬ ਦੀਆਂ ਤਾਰੀਫਾਂ ਜੀ। ਮੰਗਣ ਵਾਲਿਆਂ ਨੂੰ ਤੇ ਨਿਹਾਲ ਹੀ ਕਰ ਦਿੰਦੇ ਸੱਚੇ ਪਾਤਸ਼ਾਹ। ਸੰਗਤ ਜੀ ਤੁਸੀਂ ਸੁਣਿਆ ਨਾ, ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਵਿਆਹ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਤੋਂ ਬੇੜੀ 'ਚ ਬਹਿਣਾ ਸੀਗਾ ਜੀ, ਦਰਿਆ ਪਾਰ ਕਰਨਾ ਸੀ। ਮਹਾਰਾਜ ਉਹਦੀ ਬੇੜੀ 'ਚ ਬੈਠੇ, ਕਹਿੰਦੇ ਕਿੰਨੇ ਪੈਸੇ ਲੈਣੇ?
ਕਹਿੰਦਾ ਆਪਣੇ ਚਿਹਰੇ ਤੇ ਦਰਸ਼ਨ ਕਰਾ ਦਿਓ, ਪੈਸੇ ਮਿਲ ਗਏ ਕਹਿਣ ਲੱਗਾ। ਹਾਂਜੀ, ਮਹਾਰਾਜ ਨੇ ਉਹਨੂੰ ਨਿਹਾਲ ਕੀਤਾ ਸੱਚੇ ਪਾਤਸ਼ਾਹ ਨੇ ਜੀ। ਜਿਸ ਪਿੰਡ ਵਿੱਚੋਂ ਬਰਾਤ ਲੰਘਦੀ ਹੈ ਨਾ, ਉਹ ਪਿੰਡ ਵਾਲੇ ਨਿਹਾਲ ਹੀ ਹੋ ਜਾਂਦੇ, ਪਤਾ ਨਹੀਂ ਕੀ ਖੁਸ਼ੀ ਖੁਸ਼ੀ ਛਾ ਜਾਂਦੀ ਉਸ ਪਿੰਡ ਵਿੱਚ। ਹਾਂਜੀ, ਟਿਗ ਆਏ ਜਾਂਚ ਹਟ ਛੂਛ ਨਾਹੇ। ਜਿਹੜਾ ਵੀ ਮੰਗਣ ਵਾਲਾ ਅੱਗੇ ਆ ਜਾਂਦਾ, ਖਾਲੀ ਨਹੀਂ ਮਹਾਰਾਜ ਜਾਣ ਦਿੰਦੇ ਸੱਚੇ ਪਾਤਸ਼ਾਹ। ਗੁਰੂ ਘਰ ਹੈ ਹੀ ਐਸਾ ਸੰਗਤ ਜੀ। ਹਾਂਜੀ, ਜਨ ਧਨ ਗਨ ਕਨ ਬਰਖੰਤ ਜਾਤ। ਤੇ ਸੰਗਤ ਜੀ ਜਿਵੇਂ ਮੀਂਹ ਪੈਂਦਾ ਨਾ ਮੀਂਹ, ਉਵੇਂ ਫਿਰ ਬਾਬਾ ਬੁੱਢਾ ਜੀ ਮਾਇਆ ਦੀ ਵਰਖਾ ਕਰ ਰਹੇ ਨੇ ਜੀ। ਕਈ ਕਹਿੰਦੇ ਨਜਾਇਜ਼ ਖਰਚਾ। ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਤੋਂ ਮਾਇਆ ਦੀ ਕੀ, ਹੀਰਿਆਂ ਦੀ ਵੀ ਕਹੀਏ ਤੇ ਉਹ ਵੀ ਵਰਖਾ ਛੋਟੀ ਹੈਗੀ ਆ ਜੀ। ਐਡੇ ਵੱਡੇ ਗੁਰੂ ਹਰਗੋਬਿੰਦ ਸਾਹਿਬ ਜੀ, ਮਾਇਆ ਦਾ ਤੇ ਮੀਂਹ ਪਾ ਰਹੇ ਜੀ, ਮੀਂਹ ਜੀ। ਹਾਂਜੀ, ਇਮ ਦੇਤ ਗੁਰੂ ਅਰਜਨ ਸੋਦਾਤ। ਗੁਰੂ ਅਰਜਨ ਦੇਵ ਮਹਾਰਾਜ ਬਰਾਤ ਦੇ ਵਿੱਚ ਵੀ ਦਾਤਾਂ ਵੰਡ ਰਹੇ ਆ, ਬਖਸ਼ਿਸ਼ਾਂ ਵੰਡ ਰਹੇ ਆ। ਹਾਂਜੀ, ਚੱਲ ਸਨੇ ਸਨੇ ਪਹੁੰਚੇ ਖਡੂਰ। ਤੇ ਵਜਾਓ ਜੀ ਨਗਾਰਾ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੇ ਬਰਾਤ ਕਿੱਥੇ ਆ ਗਈ ਜੀ? ਖਡੂਰ ਸਾਹਿਬ ਪਹੁੰਚ ਗਈ ਜੀ। ਹਾਂਜੀ, ਤਬ ਆਏ ਦਾਤੂ ਗੁਰ ਕੇ ਹਦੂਰ। ਹੁਣ ਜਦੋਂ ਖਡੂਰ ਸਾਹਿਬ ਆਈ ਜੀ, ਤੇ ਬਾਬਾ ਦਾਤੂ ਜੀ ਵੀ ਬਰਾਤ ਵਿੱਚ ਸ਼ਾਮਲ ਸਨ ਜੀ। ਗੱਡੇ ਰੁਕੇ ਜੀ ਉੱਥੇ ਜੀ, ਗੱਡੀਆਂ ਰੱਥ ਰੁਕ ਗਏ ਜੀ, ਸਾਰਾ ਕੁਝ। ਬਾਬਾ ਦਾਤੂ ਜੀ ਛੇਤੀ ਨਾਲ ਉਤਰ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ। ਬਚ ਕਹਿਓ ਕਰਹੋ ਡੇਰਾ ਸਥਾਨ। ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮਹਾਰਾਜ ਮੇਰੀ ਬੇਨਤੀ ਹੈ, ਮਹਾਰਾਜ ਅੱਜ ਰਾਤ ਖਡੂਰ ਸਾਹਿਬ ਰਹੋ। ਸੱਚੇ ਪਾਤਸ਼ਾਹ ਮਹਾਰਾਜ ਅੱਜ ਮੈਂ ਅੱਗੇ ਨਹੀਂ ਜਾਣ ਦੇਣੀ ਬਰਾਤ। ਹਾਂਜੀ, ਮੈਂ ਚਾਹੋਂ ਦਿਓ ਸਭ ਖਾਨ ਪਾਨ। ਜੋ ਸ਼ਗਨ ਛਕਾਉਣ ਦਾ ਮਹਾਰਾਜ ਪ੍ਰਬੰਧ ਕੀਤਾ ਸਾਰਾ। ਪਤਾ ਸੀਗਾ ਵੀ ਬਰਾਤ ਇਧਰੋਂ ਹੀ ਲੰਘਣੀ ਹੈ ਜੀ। ਮਹਾਰਾਜ ਪ੍ਰਬੰਧ ਕੀਤੇ ਪਏ ਨੇ ਸਾਰੇ। ਸੱਚੇ ਪਾਤਸ਼ਾਹ ਬੇਨਤੀ ਹੈ, ਮਹਾਰਾਜ ਅੱਜ ਬਰਾਤ ਅੱਗੇ ਨਹੀਂ ਲੰਘਣ ਦੇਣੀ। ਹਾਂਜੀ, ਪੁਰ ਗੋਂਦਵਾਲ ਜੇ ਚਾਹੋ ਜਾਨ। ਜੇ ਮਹਾਰਾਜ ਤੁਸੀਂ ਹੁਣ ਇੱਥੋਂ ਗੋਇੰਦਵਾਲ ਸਾਹਿਬ ਜਾਓ। ਹਾਂਜੀ, ਸਭ ਹੋਏ ਸ਼ਰਮਤ ਬੜ ਖੇਦ ਮਾਨ। ਤੇ ਸਵੇਰ ਦੇ ਤੁਰੇ ਆ ਮਹਾਰਾਜ, ਫਿਰ ਸਾਰਿਆਂ ਨੇ ਥੱਕ ਜਾਣਾ ਹੈ। ਅੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਨਾ ਇਹ ਪਿਆਰ ਦੀ ਗੱਲ ਹੁੰਦੀ ਹੈ। ਥੱਕਣਾ ਕੀ ਹੈ? ਜਦੋਂ ਸੇਵਾ ਕਰਨੀ ਹੋਵੇ ਬੰਦਾ ਧੱਕੇ ਨਾਲ ਹੀ ਕਹਿ ਦਿੰਦਾ ਵੀ ਥੱਕ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹ ਜਦੋਂ ਪ੍ਰਸ਼ਾਦਾ ਕਿਸੇ ਨੂੰ ਵੱਧ ਛਕਾਉਣਾ ਹੋਵੇ ਤਾਂ ਕਹਿੰਦਾ ਨਿੱਕਾ ਜਿਹਾ ਹੀ ਹੈ, ਛਕ ਲਓ, ਫਿਰ ਕੀ ਹੈ। ਪ੍ਰੇਮ ਦੀ ਗੱਲ ਹੈ ਨਾ ਜੀ। ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਉੱਥੋਂ ਤੱਕ ਤੇ ਜਾਂਦਿਆਂ ਥੱਕ ਜਾਣਾ ਸਾਰਿਆਂ ਨੇ। ਹਾਂਜੀ, ਹਿਤ ਵਿਆਹ ਆਵਨੋ ਨਿਤ ਨਾ ਹੋਏ। ਤੇ ਮਹਾਰਾਜ ਇਹ ਕਿਹੜਾ ਵੀ ਵਿਆਹ ਲੈ ਕੇ, ਵਿਆਹ ਦੇ ਸਮੇਂ ਬਰਾਤ ਲੈ ਕੇ ਰੋਜ਼ ਰੋਜ਼ ਆਉਣਾ ਇੱਧਰ। ਇਹ ਤੇ ਮਹਾਰਾਜ ਸਬੱਬੀ ਹੈ ਸੱਚੇ ਪਾਤਸ਼ਾਹ। ਹਾਂਜੀ, ਪਹੁਨਾਈ ਪ੍ਰੇਹ ਮੁਝ ਅਧਿਕ ਜੋਏ। ਤੇ ਕਿੱਥੇ ਪਾਠ? ਪਹੁਨਾਈ ਪ੍ਰੇਹ ਮੁਝ ਅਧਿਕ ਜੋਏ। ਸੱਚੇ ਪਾਤਸ਼ਾਹ ਪ੍ਰਾਹੁਣਾਚਾਰੀ ਬਰਾਤ ਦੀ ਕਰਨ ਦਾ ਮੈਨੂੰ ਬੜਾ ਹੀ ਚਾਅ ਹੈ। ਹਾਂਜੀ, ਇਮ ਦਾਤੂ ਤੇ ਸੁਨ ਸ਼ਰੋਨ ਬਾਤ। ਜਦੋਂ ਬਾਬਾ ਦਾਤੂ ਜੀ ਨੇ ਬਹੁਤੇ ਹੀ ਪਿਆਰ ਨਾਲ ਮਹਾਰਾਜ ਨੂੰ ਕਿਹਾ ਨਾ, ਮਹਾਰਾਜ ਅੱਜ ਮੈਂ ਬਰਾਤ ਦੀ ਸੇਵਾ ਕਰਨੀ ਹੈ, ਮੈਂ ਜੰਜ ਦੀ ਸੇਵਾ ਕਰਨੀ ਹੈ। ਹਾਂਜੀ, ਸ਼੍ਰੀ ਅਰਜਨ ਉਲੰਘਨ ਨਹਿ ਚਾਹਤ। ਤੇ ਐਡੇ ਪਿਆਰ ਨਾਲ ਬੇਨਤੀ ਕੀਤੀ ਹੋਵੇ ਤੇ ਗੁਰੂ ਅਰਜਨ ਸਾਹਿਬ ਸਿੱਧਾ ਹੀ ਲੰਘ ਜਾਣੇ ਤੇ ਹੋ ਹੀ ਨਹੀਂ ਸਕਦਾ ਜੀ। ਮਹਾਰਾਜ ਦੇ ਮਨ 'ਚ ਫੁਰਨਾ ਬਣਿਆ ਵੀ ਅਸੀਂ ਅੱਗੇ ਨਹੀਂ ਲੰਘ ਸਕਦੇ। ਹਾਂਜੀ, ਕਹਿ ਕਰ ਨਿਦੇਸ਼ ਕੀ ਨਸ ਨਿਵੇਸ਼। ਮਹਾਰਾਜ ਬਾਬਾ ਦਾਤੂ ਜੀ ਨੂੰ ਕਹਿਣ ਲੱਗੇ ਠੀਕ ਹੈ, ਫਿਰ ਕਹਿਣ ਲੱਗੇ ਅਸੀਂ ਇੱਥੇ ਹੀ ਰੁਕ ਜਾਂਦੇ ਆ। ਕਹਿਣ ਲੱਗੇ ਹਾਂਜੀ, ਸਭ ਪਰੇ ਉਤਰ ਕਰ ਮੁਦ ਵਿਸ਼ੇਸ਼। ਲਓ ਜੀ, ਫਿਰ ਉਤਰਨ ਦਾ ਵੀ ਨਗਾਰਾ ਵੱਜਿਆ ਜੀ। ਹਾਂਜੀ, ਬੋਲੇ ਸੋ ਨਿਹਾਲ। ਪਤਾ ਲੱਗ ਗਿਆ ਜੀ, ਪਤਾ ਲੱਗ ਗਿਆ ਵੀ ਹੁਣ ਉਤਰਨਾ ਹੈ ਜੀ। ਸਾਰਿਆਂ ਨੂੰ ਹੁਕਮ ਪਹੁੰਚ ਗਿਆ। ਇਹ ਉਹ ਸਥਾਨ ਹੈ ਜਿੱਥੇ ਗੁਰੂ ਅੰਗਦ ਦੇਵ ਜੀ ਨੇ ਸਰੀਰ ਤਿਆਗਿਆ ਹੈ ਜੀ। ਜਿੱਥੇ ਗੁਰੂ ਅੰਗਦ ਦੇਵ ਜੀ ਸਰੀਰ ਕਰਕੇ ਰਹੇ ਹੈ, ਜਿੱਥੇ ਬਾਬਾ ਬੁੱਢਾ ਜੀ ਰਹੇ ਹੈ, ਜਿੱਥੇ ਗੁਰੂ ਅਮਰਦਾਸ ਸਾਹਿਬ ਸੇਵਕ ਬਣ ਕੇ ਸੇਵਾ ਕਰਦੇ ਰਹੇ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਰੁਕ ਕੇ ਸਿੱਖਾਂ ਨੂੰ ਚਾਅ ਚੜ੍ਹ ਗਿਆ ਵੀ ਖਡੂਰ ਸਾਹਿਬ ਦੇ ਦਰਸ਼ਨ ਕਰਾਂਗੇ। ਹਾਂਜੀ, ਸ਼੍ਰੀ ਹਰਗੋਬਿੰਦ ਕੋ ਸੰਗ ਲੀਨਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਪਾਲਕੀ ਸਾਹਿਬ ਚੋਂ ਉਤਰੇ, ਘੋੜੇ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਨੂੰ ਉਤਾਰਿਆ,
ਬਾਬਾ ਬੁੱਢਾ ਜੀ, ਬਾਬਾ ਮਹਾਦੇਵ ਜੀ, ਸਾਰੇ ਹੀ ਮਹਾਂਪੁਰਖ ਉਤਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲਿਆ ਮਹਾਰਾਜ ਨੇ। ਹਾਂਜੀ। ਗੁਰ ਅੰਗਦ ਥਲ ਚਹਦਰ ਸਕੀਨਾ। ਤੇ ਮਹਾਰਾਜ ਦੇ ਮਨ ਦੀ ਇੱਛਾ ਹੈ ਕਿ ਹਰਗੋਬਿੰਦ ਜੀ ਨੂੰ ਪਹਿਲਾਂ ਉਸ ਥਾਂ ਤੇ ਲੈ ਕੇ ਚੱਲੀਏ ਜਿੱਥੇ ਗੁਰੂ ਅੰਗਦ ਦੇਵ ਜੀ ਨੇ ਸਰੀਰ ਤਿਆਗਿਆ ਹੈ। ਅੰਗੀਠਾ ਸਾਹਿਬ ਮਹਾਰਾਜ ਦਾ ਅਸਥਾਨ ਦੇ ਦਰਸ਼ਨ ਕਰਾਉਣਾ ਚਾਹੁੰਦੇ ਮਹਾਰਾਜ। ਹਾਂਜੀ। ਧਨ ਪੰਚ ਸਹਿਸ ਗਿਨ ਲੀਨ ਸਾਥ। ਤੇ ਫਿਰ ਸੁਣਿਓ, ਕੰਜੂਸੀ ਨਹੀਂ ਕੀਤੀ, ਗੱਜ ਕੇ ਆਖੋ ਵਾਹਿਗੁਰੂ। ਉਹਦੇ ਮਾਲਕ ਨੇ, ਪਰਮੇਸ਼ਰ ਨੇ, ਰੀਸਾਂ ਹੀ ਨਹੀਂ ਹੋ ਸਕਦੀਆਂ ਜੀ। 500 ਮੋਹਰਾਂ, 500 ਰੁਪਈਆ ਉਸ ਸਮੇਂ ਦਾ ਬੜੀ ਵੱਡੀ ਰਕਮ ਸੀਗੀ। ਗੁਰੂ ਅਰਜਨ ਦੇਵ ਜੀ ਨੇ ਨਾਲ ਲਿਆ ਜੀ। ਹਾਂਜੀ। ਪ੍ਰਸਾਦ ਥਾਰ ਭਰਤ ਰਹੇ ਹਾਥ। ਪ੍ਰਸਾਦ ਥਾਲ ਪ੍ਰਸਾਦ ਨਾਲ ਭਰਿਆ ਹੋਇਆ ਸਤਿਗੁਰੂ ਜੀ ਨੇ ਆਪਣੇ ਹੱਥਾਂ ਵਿੱਚ ਫੜਿਆ ਜੀ। ਸ਼੍ਰੀ ਅਰਜਨ ਗਮਨੇ ਆਨੰਦ ਧਾਰ। ਤੇ ਧੰਨ ਗੁਰੂ ਅਰਜਨ ਦੇਵ ਜੀ ਬੜਾ ਹੀ ਆਨੰਦ ਧਾਰ ਕੇ, ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ ਆਪ ਤੁਰ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਸਥਾਨ ਤੇ ਜਾਂਦੇ ਆ ਜੀ। ਹਾਂਜੀ। ਚੱਲ ਪਹੁੰਚਤ ਭਏ ਦਰਬਾਰ ਦਵਾਰ। ਤੇ ਖਡੂਰ ਸਾਹਿਬ ਕੌਣ ਕੌਣ ਗਿਆ ਜੀ? ਗਏ ਨਾ ਜੀ ਸਾਰੇ। ਮਹਾਰਾਜ ਸੱਚੇ ਪਾਤਸ਼ਾਹ ਦਾ ਸੋਹਣਾ ਦਰਬਾਰ, ਗੁਰੂ ਅਰਜਨ ਦੇਵ ਜੀ ਉੱਥੇ ਪਹੁੰਚੇ ਸੱਚੇ ਪਾਤਸ਼ਾਹ। ਇਹ ਮਰਿਆਦਾ 'ਚ ਮਰਿਆਦਾ ਮਹਾਰਾਜ ਸਾਨੂੰ ਦੱਸ ਰਹੇ ਹੈ। ਬਰਾਤ ਲੈ ਕੇ ਜਾ ਰਹੇ ਹੋ, ਰਸਤੇ 'ਚ ਬੜਾ ਹੀ ਮਹਾਨ ਪੂਜਨੀਕ ਸਥਾਨ ਆ ਗਿਆ, ਉੱਥੇ ਰੁਕ ਕੇ ਨਮਸਕਾਰ ਕਰੋਗੇ, ਤੁਹਾਡੇ ਪੁੰਨ ਵਧਣਗੇ ਜੀ। ਤੇ ਹੁਣ ਤੇ ਪਹਿਲਾਂ ਘਰੋਂ ਹੀ ਲੇਟ ਹੋਏ ਹੁੰਦੇ ਆ ਜੀ, ਤੇ ਰੁਕਣਾ ਕਿੱਥੇ ਆ ਜੀ। ਹਾਂਜੀ। ਅਰਦਾਸ ਖਰੇ ਹੋਇ ਕਰ ਕਰਾਏ। ਸੱਚੇ ਪਾਤਸ਼ਾਹ ਜੀ ਨੇ ਫਿਰ ਬਾਬਾ ਜੀ ਨੂੰ ਕਿਹਾ ਵੀ ਅਰਦਾਸ ਕਰੋ। ਗੁਰੂ ਅੰਗਦ ਦੇਵ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ ਜੀ ਉੱਥੇ ਜੀ। ਹਾਂਜੀ। ਬਹੁ ਨਮੋ ਕੀਨ ਧਰ ਸਿਰ ਨਿਵਾਏ। ਅਰਦਾਸ ਕੀਤੀ ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਸਾਹਿਬ ਆਪਣੇ ਪੁੱਤਰ ਨੂੰ ਵਿਆਹੁਣ ਚੱਲੇ ਨੇ, ਮਹਾਰਾਜ ਸਹਾਇਤਾ ਕਰਿਓ। ਸੰਗਤ ਜੀ ਫਿਰ ਨਮਸਕਾਰ ਕੀਤੀ ਅਰਦਾਸ ਕਰਕੇ ਜੀ। ਹਾਂਜੀ। ਪਰ ਦਛਨ ਦੀਨ ਪੁਸ਼ਪਨ ਚੜਾਏ। ਪਰ ਕਰਮਾ ਕੀਤੀਆਂ ਜੀ ਉਸ ਸਥਾਨ ਦੀਆਂ ਜੀ। ਤੇ ਗੁਰੂ ਅਰਜਨ ਦੇਵ ਜੀ ਨੇ ਫੁੱਲ ਚੜਾਏ ਜੀ ਉਸ ਜਗ੍ਹਾ ਉੱਤੇ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਅਸਥਾਨ ਹੈ ਜੀ। ਹਾਂਜੀ। ਔਰ ਭਾਉ ਧਾਰ ਧੂਪਨ ਤੁਖਾਏ। ਹਿਰਦੇ 'ਚ ਬਹੁਤਾ ਹੀ ਪ੍ਰੇਮ ਧਾਰਨ ਕੀਤਾ ਤੇ ਧੂਫ ਦਿਖਾਈ ਜੀ। ਅੱਜ ਜੇ ਕਿਤੇ ਧੂਫ ਦੀ ਗੱਲ ਕਰ ਦਈਏ ਤੇ ਸਭ ਤੋਂ ਪਹਿਲਾਂ ਸਾਡੇ ਪਾਠੀ ਗਲਾ ਫੜ ਕੇ ਬਹਿ ਜਾਂਦੇ ਜੀ, ਗਿਆਨੀ ਵੀ ਗਲਾ ਫੜ ਕੇ ਬਹਿ ਜਾਣਗੇ, ਰਾਗੀ ਵੀ ਫੜ ਕੇ ਬਹਿ ਜਾਣਗੇ ਵੀ ਸਾਡੇ ਗਲੇ ਨੂੰ ਚੜ ਗਈ ਜੀ। ਉਸ ਸਮੇਂ ਵਧੀਆ ਧੂਫ ਸੀਗੀ ਜੀ। ਧੂਫ ਦਿਖਾਈ ਉਸ ਜਗ੍ਹਾ ਦੇ ਉੱਤੇ ਜੀ, ਸੁਗੰਧੀ ਆਵੇ ਉੱਥੋਂ ਜੀ। ਹਾਂਜੀ। ਜਬ ਰਹਿਓ ਦਿਵਸ ਘਟਕਾ ਸੋਚਾਰ। ਜਦੋਂ 4 ਘੜੀਆਂ ਦਿਨ ਰਹਿ ਗਿਆ ਜੀ, ਭਾਵ ਸ਼ਾਮ ਪੈ ਰਹੀ ਹੈ ਜੀ। ਹਾਂਜੀ। ਗੁਰ ਸਭਾ ਲਾਏ ਦਰਬਾਰ ਦਵਾਰ। ਤੇ ਫਿਰ ਸੰਗਤ ਜੀ ਸਭਾ ਲੱਗੀ ਜੀ, ਦਰਬਾਰ ਲੱਗਾ। ਸੁਨ ਚੌਂਕੀ ਸੋਦਰ ਸੰਜ ਆਏ। ਉੱਥੇ ਹੀ ਜੀ ਜਿੱਥੇ ਮਹਾਰਾਜ ਦਾ ਸਥਾਨ ਹੈ ਨਾ ਅੱਜ ਦਰਬਾਰ ਸਾਹਿਬ, ਉੱਥੇ ਦਰਬਾਰ ਲੱਗਾ ਜੀ। ਤੇ ਰਬਾਬੀ ਰਾਗੀ ਨਾਲ ਹੀ ਸਨ ਮਹਾਰਾਜ ਦੇ। ਮਹਾਰਾਜ ਕਹਿੰਦੇ ਭਾਈ ਸੋਦਰ ਦਾ ਸਮਾਂ ਹੋ ਗਿਆ, ਚੌਂਕੀ ਲਾਓ, ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਲੱਗੇ ਜੀ ਚੌਂਕੀ। ਸੋਦਰ ਤੇਰਾ ਕਿਹਾ ਸੋ ਕਰ, ਬੜੇ ਚਾਅ ਨਾਲ ਚੌਂਕੀ ਲਾਈ ਜੀ। ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ ਜੀ। ਹਾਂਜੀ। ਤਬ ਵਿੱਚ ਨਿਵੇਸ਼ ਪ੍ਰਵਿਸ਼ੇ ਸੋ ਆਏ। ਸੋ ਉਹ ਸਾਰਾ ਕੁਝ ਕਰਕੇ, ਮਰਿਆਦਾ ਕਰਕੇ, ਜਿੱਥੇ ਗੁਰੂ ਅੰਗਦ ਦੇਵ ਜੀ ਦਾ ਰਿਹਾਇਸ਼ੀ ਘਰ ਹੈ, ਜਿੱਥੇ ਬਾਬਾ ਦਾਤੂ ਜੀ ਰਹਿੰਦੇ ਆ, ਬਾਬਾ ਦਾਤੂ ਜੀ ਨੇ ਆਪਣੇ ਘਰ 'ਚ ਗੁਰੂ ਜੀ ਦਾ ਆਸਣ ਲਾਇਆ ਜੀ। ਹਾਂਜੀ। ਸਭ ਖਾਨ ਪਾਨ ਕੀ ਸੇਵ ਜੋਏ। ਸਭ ਖਾਣ ਪੀਣ ਦੀ ਐ ਲੰਗਰ ਪਾਣੀ ਸ਼ਰਬਤ ਮਿੱਠੇ ਖੂਬ ਚੱਲ ਰਹੇ ਆ ਜੀ। ਹਾਂਜੀ। ਹਿਤ ਲਾਏ ਸੋ ਦਾਤੂ ਕੀ ਨ ਸੋਏ। ਗਰਮ ਜਲ ਚੱਲ ਰਹੇ ਆ, ਦੁੱਧ ਚੱਲ ਰਹੇ ਆ, ਕਿਉਂ ਠੰਡ ਦਾ ਵੀ ਸਮਾਂ ਨਾ ਜੀ, ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਦਾਤੂ ਜੀ ਬਹੁਤੇ ਹੀ ਪ੍ਰੇਮ ਨਾਲ ਸੇਵਾ ਕਰਦੇ ਬਰਾਤ ਦੀ। ਇਹ ਵੀ ਮੌਕਾ ਹੀ ਹੁੰਦਾ ਜੀ ਖੁਸ਼ੀ ਲੁੱਟਣ ਦਾ ਜੀ। ਹਾਂਜੀ। ਮੌਕਾ ਹੀ ਹੁੰਦਾ ਜੀ। ਹਾਂਜੀ। ਸੁਖ ਕੇ ਸਮੇਤ ਜਾਮਨ ਬਿਤਾਏ। ਬੜੇ ਸੁੱਖ ਨਾਲ ਫਿਰ ਰਾਤ ਉੱਥੇ ਮਹਾਰਾਜ ਨੇ ਸਫਲੀ ਕੀਤੀ ਜੀ। ਗੁਰੂ ਅੰਗਦ ਦੇਵ ਜੀ ਦੇ ਅਸਥਾਨ ਤੇ, ਵੱਡੇ ਸਤਿਗੁਰਾਂ ਦੇ ਅਸਥਾਨ ਤੇ। ਹਾਂਜੀ। ਉਠ ਸੋਚ ਕਿਰਿਆ ਕੀ ਨਸ ਨਹਾਏ। ਤੇ ਫਿਰ ਕੀ ਹੋਇਆ ਜੀ? ਅੰਮ੍ਰਿਤ ਵੇਲਾ।
ਅੰਮ੍ਰਿਤ ਵੇਲੇ ਸਭ ਨੇ ਇਸ਼ਨਾਨ ਕੀਤਾ। ਛੱਡ ਕੈ ਬਰਾਤ ਗਮਨੀ ਸੁਰਾ। ਉਸੇ ਤਰ੍ਹਾਂ ਆਸਾ ਜੀ ਦੀ ਵਾਰ ਦਾ ਦੀਵਾਨ ਸੱਜਿਆ ਜੀ। ਹਾਂਜੀ, ਆਸਾ ਜੀ ਦੀ ਵਾਰ ਦਾ ਦੀਵਾਨ ਸੱਜਿਆ, ਪ੍ਰਸ਼ਾਦਾ ਵਰਤਿਆ, ਖੂਬ ਸੇਵਾ ਹੋਈ। ਰਾਤ ਮਹਾਰਾਜ ਖਡੂਰ ਸਾਹਿਬ ਰਹੇ ਜੀ। ਤੇ ਫਿਰ ਮਹਾਰਾਜ ਨੇ ਹੁਕਮ ਕੀਤਾ ਵਾਜੇ ਵਾਲਿਆਂ ਨੂੰ ਵੀ ਵਾਜੇ ਵਜਾਓ ਤੇ ਬਰਾਤ ਤੋਰਨੀ ਹੈ। ਸਾਡਾ ਵਾਜੇ ਵਾਲਾ ਢਿੱਲਾ, ਵਾਜਾ ਵਜਾਓ। ਹਾਂਜੀ, ਬਰਾਤ ਤੋਰਨੀ। ਬੋਲੇ ਸੋ ਨਿਹਾਲ। ਵਾਜੇ ਵੱਜੇ, ਬਰਾਤ ਤੁਰ ਪਈ ਜੀ। ਹਾਂਜੀ, ਜਿਸ ਬਿਖੈ ਛੈਲ ਕਰਤੇ ਉਮਾਹੋ। ਹਾਂ, ਛੈਲ ਨੌਜਵਾਨ ਬੜੇ ਚਾਅ ਕਰ ਰਹੇ ਆ ਬਰਾਤ ਵਿੱਚ ਜੀ। ਘੋੜੇ ਕਦਾਉਂਦੇ ਆ, ਕਈ ਕੁਝ ਕਰਦੇ ਆ। ਹਾਂਜੀ, ਤਰੈ ਕੋਸ ਹੁਤੀ ਗੋਇੰਦਵਾਲ। 3 ਕੋ ਅੱਗੇ ਉੱਥੇ ਗੋਇੰਦਵਾਲ ਸਾਹਿਬ ਹੈ ਜੀ। ਸਭ ਰੱਥਾਂ 'ਚ ਬਹਿ ਗਏ ਤੇ ਗੋਇੰਦਵਾਲ ਸਾਹਿਬ ਨੂੰ ਮੁੱਖ ਕਰ ਲਿਆ ਜੀ। ਰਸਤਾ ਹੀ ਇਹ, ਰੂਟ ਹੀ ਇਹ ਹੈ ਜੀ। ਹਾਂਜੀ, ਤਹ ਗਏ ਜਾਏ ਪਹੁੰਚੇ ਉਤਾਲ। ਤੇ ਫਿਰ ਕਿੱਥੇ ਪਹੁੰਚੇ ਨੇ? ਗੋਇੰਦਵਾਲ ਸਾਹਿਬ। ਹਾਂਜੀ, ਸਭ ਉਤਰ ਬਾਵਲੀ ਕਰ ਇਸ਼ਨਾਨ। ਲਓ, ਸੁਣ ਲਓ ਫਿਰ ਜੀ। ਹੁਣ ਇਸ਼ਨਾਨ ਕਰਕੇ ਆਏ, 3 ਕੋਹ ਦੀ ਦੂਰੀ ਹੈ। ਬੌਲੀ ਸਾਹਿਬ ਆ ਕੇ ਸਾਰਿਆਂ ਨੇ ਇਸ਼ਨਾਨ ਕੀਤਾ ਜੀ। ਗੁਰੂ ਅਰਜਨ ਦੇਵ ਜੀ ਨੇ ਵੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ, ਬਾਬਾ ਬੁੱਢਾ ਸਾਹਿਬ ਜੀ ਨੇ ਵੀ, ਸਾਰਿਆਂ ਨੇ ਬੌਲੀ ਸਾਹਿਬ 'ਚ ਇਸ਼ਨਾਨ ਕੀਤਾ ਜੀ। ਕਦੀ ਸੁਣੀ ਇਹੋ ਜੀ ਬਰਾਤ ਜੀ ਤੁਸੀਂ? ਹਾਂਜੀ, ਇਹ ਵੇਖ ਲਓ ਗੁਰੂ ਜੀ ਦੀ ਮਰਿਆਦਾ ਜੀ। ਹਾਂਜੀ, ਕਰ ਨਮੋ ਜਹਾਂ ਸ਼੍ਰੀ ਅੰਮ੍ਰਿਤਾਨ। ਤੇ ਫਿਰ ਚੌਬਾਰਾ ਸਾਹਿਬ ਗਏ ਜੀ। ਇਸ਼ਨਾਨ ਕਰਕੇ ਨਾ ਤਿਆਰ ਹੋ ਕੇ ਚੌਬਾਰਾ ਸਾਹਿਬ ਗਏ, ਜਿੱਥੇ ਕਿੱਲੀ ਫੜ ਕੇ ਮਹਾਰਾਜ ਨਾਮ ਜਪਦੇ ਸੀਗੇ ਜੀ। ਉਸ ਜਗ੍ਹਾ ਜਾ ਕੇ ਨਮਸਕਾਰ ਕੀਤੀ ਜੀ ਮਹਾਰਾਜ ਨੇ। ਹਾਂਜੀ, ਪੁਨ ਮਿਲੇ ਜਾਏ ਮੋਹਨ ਸੁਪਾਸ। ਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਇੱਕ ਤੇ ਨਾਲ ਨੇ ਨਾ ਜੀ ਬਾਬਾ ਮੋਹਰੀ ਜੀ, ਇੱਕ ਬਾਬਾ ਮੋਹਨ ਜੀ ਇਕੱਲੇ ਕਮਰੇ 'ਚ ਬਹਿ ਕੇ ਨਾਮ ਜਪ ਰਹੇ ਸਨ। ਮਹਾਰਾਜ ਬਾਬਾ ਮੋਹਨ ਜੀ ਨੂੰ ਮਿਲੇ ਜਾ ਕੇ ਜੀ। ਹਾਂਜੀ, ਕਰ ਬੰਦ ਬੰਦਨਾ ਕੀ ਨਤਾਸ। ਤੇ ਨਮਸਕਾਰ ਕੀਤੀ ਮਹਾਰਾਜ ਨੇ ਜੀ। ਬਾਬਾ ਮੋਹਨ ਜੀ ਨੇ ਵੀ ਕੀਤੀ ਵੀ ਇੱਕਦਮ ਕਿੱਧਰੋਂ ਆਉਣਾ ਹੋਇਆ ਜੀ। ਹਾਂਜੀ, ਸ੍ਰੀ ਹਰਗੋਬਿੰਦ ਸਿਰ ਚਰਨ ਧਾਰ। ਕਿਉਂ? ਉਹ ਸੰਬੰਧ ਨਹੀਂ ਸੀ ਰੱਖਦੇ ਦੁਨੀਆ ਨਾਲ ਜੀ। ਅਜੇ ਉਹ ਪੁੱਛ ਹੀ ਰਹੇ ਆ ਤੇ ਗੁਰੂ ਅਰਜਨ ਸਾਹਿਬ ਨੇ ਆਵਾਜ਼ ਮਾਰੀ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ। ਲਾੜੇ ਬਣੇ ਆ, ਮੱਥਾ ਟਿਕਾਇਆ ਜੀ। ਬਾਬਾ ਮੋਹਨ ਜੀ ਨੂੰ ਮੱਥਾ ਟੇਕੋ ਕਹਿਣ ਲੱਗੇ। ਹਾਂਜੀ, ਬਲਿਹਾਰ ਹੋਤ ਤਨ ਦੁੱਤ ਨਿਹਾਰ। ਵਾਹ ਜੀ ਵਾਹ। ਜਦੋਂ ਬਾਬਾ ਮੋਹਨ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਬਾਬਾ ਮੋਹਨ ਜੀ ਨੂੰ ਚਾਅ ਚੜਿਆ ਜੀ। ਬਲਿਹਾਰ ਹੀ ਜਾਂਦੇ, ਐਡਾ ਸੋਹਣਾ ਰੂਪ ਜੀ। ਹਾਂਜੀ, ਲਹਿ ਸੋਢ ਬੰਸ ਵੱਡਤਾ ਬਿਲੰਦ। ਕਹਿਣ ਲੱਗੇ ਤੇ ਸੋਢੀਆਂ ਦਾ ਚੰਦ ਹੈ। ਕਹਿਣ ਲੱਗੇ ਹੈ, ਸੋਢੀਆਂ ਦਾ ਨਾਮ ਉਜਾਗਰ ਕਰਨ ਵਾਲਾ ਹੈ। ਹਾਂਜੀ, ਜਿਨ ਸ਼ੁਭਤ ਰੂਪ ਜਨ ਉਦੀਏ ਚੰਦ। ਜਿਵੇਂ 14ਵੀਂ ਦਾ ਚੰਦ ਹੁੰਦਾ ਹੈ, ਕਹਿੰਦੇ ਇਸ ਤਰ੍ਹਾਂ ਦਾ ਰੂਪ ਹੈ ਇਹਨਾਂ ਦਾ। ਹਾਂਜੀ, ਜਿਨ ਅੰਕਲੀਨ ਧਾਰਤ ਦੁਲਾਰ। ਤੇ ਫਿਰ ਬਾਬਾ ਮੋਹਨ ਜੀ ਨੇ ਨਾ ਜੀ ਆਪਣੀ ਗੋਦ 'ਚ ਲੈ ਕੇ ਪਿਆਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ। ਇਹ ਵੀ ਇੱਕ ਹਿਸਾਬ ਨਾਲ ਦਾਦਾ ਜੀ ਲੱਗਦੇ ਆ ਜੀ। ਹਾਂਜੀ, ਪਿਖ ਵਧੀ ਰੀਤ ਪ੍ਰੀਤ ਲਾਗੰਤ ਪਿਆਰ। ਪਿਖ ਵਧੀ ਪ੍ਰੀਤ ਲਾਗੰਤ ਪਿਆਰ। ਸੰਗਤ ਜੀ ਜਿਉਂ-ਜਿਉਂ ਵੇਖਦੇ ਪਿਆਰ ਹੀ ਵੱਧਦਾ ਜਾਂਦਾ ਜੀ। ਅਜੇ ਬਾਬਾ ਮੋਹਨ ਜੀ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਪਰ ਗੁਰੂ ਹਰਗੋਬਿੰਦ ਸਾਹਿਬ ਮਾਲਕ ਨੇ ਜੀ, ਪਿਆਰ ਕੀਤਾ ਉਹਨਾਂ ਨੇ। ਹਾਂਜੀ, ਅਸ ਕੌਣ ਪੁਰਖ ਦੇਖੇ ਸਰੂਪ। ਨਹਿ ਕਰਹਿ ਪ੍ਰੇਮ ਅਸ ਲਹਿ ਅਨੂਪ। ਜਦੋਂ ਬਹੁਤਾ ਹੀ ਪ੍ਰੇਮ ਕਰਨ ਨਾ ਜੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਖੁਸ਼ ਹੋਣ ਜੀ। ਵੀ ਬਾਬਾ ਮੋਹਨ ਜੀ ਤੇ ਕਿਸੇ ਬੱਚੇ ਨੂੰ ਕੀ ਕਿਸੇ ਵੱਡੇ ਨੂੰ ਵੀ ਨਹੀਂ ਨੇੜੇ ਆਉਣ ਦਿੰਦੇ। ਤੇ ਬਾਬਾ ਮੋਹਨ ਜੀ ਆਪੇ ਹੀ ਕਹਿਣ ਲੱਗੇ, ਕਹਿੰਦੇ ਐਡਾ ਸੋਹਣਾ ਰੂਪ ਵੇਖ ਕੇ ਕਿਹੜਾ ਪੁਰਸ਼ ਹੈ ਜਿਹੜਾ ਪ੍ਰੇਮ ਨਾ ਕਰੇ। ਕਹਿਣ ਲੱਗੇ ਐਡਾ ਸੋਹਣਾ ਰੂਪ ਜੀ। ਬਾਣੀ 'ਚ ਲਿਖਿਆ ਤੇਰਾ ਨਾਮ ਰੂੜੋ ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ। ਹਾਂਜੀ, ਪੁਨ ਗ੍ਰੰਥ ਕਰਨ ਕੀ ਬਾਤ ਕੀ ਨਾ। ਮਹਾਰਾਜ ਨੂੰ ਫਿਰ ਬਾਬਾ ਮੋਹਨ ਜੀ ਪੁੱਛਦੇ ਆ, ਕਹਿੰਦੇ ਗ੍ਰੰਥ ਸਾਹਿਬ ਤਿਆਰ ਹੋ ਗਏ ਨੇ, ਪੋਥੀਆਂ ਲੈ ਕੇ ਗਏ ਸੀ ਨਾ। ਹਾਂਜੀ, ਸ਼੍ਰੀ ਅਰਜਨ ਸੁਧ ਸਭ ਉਚਰ ਦੀਨ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸਾਰੀ ਗੱਲ ਦੱਸੀ ਜੀ। ਮਤਲਬ ਵੇਖ ਲਓ ਕਾਹਲ ਨਹੀਂ ਹੈਗੀ ਜੀ, ਬੜੇ ਠਰਮੇ ਨਾਲ ਸਾਰੇ ਕੰਮ ਹੋ ਰਹੇ ਆ ਜੀ।
ਹਾਂਜੀ, ਇਹ ਕਿਰਪਾ ਆਪ ਕੀ ਭੀ ਵਿਸਾਲ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਦੂਜੇ ਨੂੰ ਮਾਣ ਦੇਣਾ ਜੀ, ਨਾਮ ਜਪਣ ਵਾਲੇ ਨੂੰ ਮਾਣ ਦੇਣਾ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਬਾਬਾ ਮੋਹਨ ਜੀ ਨੂੰ ਕਹਿਣ ਲੱਗੇ ਜੀ ਤੁਹਾਡੀ ਕਿਰਪਾ ਹੋਈ ਹੈ। ਹਾਂਜੀ, ਨਰ ਮੰਦਮਤੀ ਕਲ ਕਾਲ ਜਾਲ। ਕਿਉਂ? ਮਹਾਰਾਜ ਕਹਿਣ ਲੱਗੇ ਕਲਯੁਗ ਵਿੱਚ ਬੰਦਿਆਂ ਦੀ ਮੱਤ ਬੜੀ ਥੋੜੀ ਹੈਗੀ ਹੈ, ਥੋੜੀ ਮੱਤ ਹੈ। ਹਾਂਜੀ, ਇਸ ਕੇ ਅਲੰਬ ਹੋਇਸ ਉਧਾਰ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਹੋਏਗਾ, ਲੋਕਾਂ ਨੂੰ ਉਧਾਰ ਹੋਏਗਾ ਲੋਕਾਂ ਦਾ। ਹਾਂਜੀ, ਉਪਕਾਰ ਮਹਾ ਜਗ ਪਰ ਤੁਮਾਰ। ਬਾਬਾ ਮੋਹਨ ਜੀ, ਮਾਮਾ ਜੀ, ਤੁਹਾਡਾ ਬੜਾ ਵੱਡਾ ਉਪਕਾਰ ਹੈ ਦੁਨੀਆ ਤੇ, ਤੁਸੀਂ ਪੋਥੀਆਂ ਸਾਂਭ ਕੇ ਰੱਖੀਆਂ। ਹਾਂਜੀ, ਸੁਨ ਮੋਹਨ ਕਹਿਤ ਸਗਰੋ ਵਿਚਾਰ। ਤੇ ਬਾਬਾ ਮੋਹਨ ਜੀ ਕਹਿੰਦੇ ਉਹਨੂੰ ਇੱਕ ਗੱਲ ਸੁਣੋ, ਕਹਿਣ ਲੱਗੇ ਤੁਸੀਂ ਵਿਆਹ ਦੇ ਸਮੇਂ ਆਏ ਜੇ, ਪੁੱਤ ਦੀ ਜੰਜ ਲੈ ਕੇ ਆਏ ਜੇ, ਪਰ ਇੱਕ ਗੱਲ ਸੁਣ ਲਓ, ਕਹਿਣ ਲੱਗੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਮਮ ਪਿਤਾ ਕਰਨ ਲਾਗੇ ਉਚਾਰ। ਬਾਬਾ ਮੋਹਨ ਜੀ ਕਹਿੰਦੇ ਮਹਾਰਾਜ ਜਦੋਂ ਤੁਹਾਡੇ ਨਾਨਾ ਜੀ, ਮੇਰੇ ਪਿਤਾ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਾਣੀ ਉਚਾਰਨ ਲੱਗੇ ਨਾ, ਹਾਂਜੀ, ਨਹ ਲਿਖਨ ਹਾਰ ਟਿਗ ਉਰ ਵਿਚਾਰ। ਕੋਈ ਲਿਖਣ ਵਾਲਾ ਨਹੀਂ ਸੀ ਇਹ ਗੱਲ ਅੱਗੇ ਵੀ ਫਟ ਛੇਤੀ ਛੇਤੀ ਲਿਖੀ ਜਾਵੇ। ਹਾਂਜੀ, ਸੰਗਰਾਮ ਪੁੱਤਰ ਮੇਰੋ ਹਕਾਰ। ਤੇ ਮਹਾਰਾਜ ਨੇ ਵਿਚਾਰ ਕੀਤੀ ਜੀ, ਤੇ ਸੰਗਰਾਮ ਨਹੀਂ ਲਿਖਿਆ ਕਾਕਾ, ਸੰਸਰਾਮ ਲਿਖਿਆ। ਫਿਰ ਪੜ। ਸੰਸਰਾਮ ਪੁੱਤਰ ਮੇਰੋ ਹਕਾਰ। ਤੇ ਬਾਬਾ ਮੋਹਨ ਜੀ ਕਹਿੰਦੇ ਫਿਰ ਉਸ ਸਮੇਂ ਨਾ ਗੁਰੂ ਅਮਰਦਾਸ ਜੀ ਨੇ ਮੇਰੇ ਪੁੱਤਰ ਸੰਸਰਾਮ ਨੂੰ ਆਪਣੇ ਪਾਸ ਸੱਦਿਆ, ਕਹਿਣ ਲੱਗੇ ਹਾਂਜੀ, ਇਸ ਕੋਦ ਸਿਖਾਏ ਦਿਨ ਥੋਰ ਮਾਹੇ। ਥੋੜੇ ਦਿਨਾਂ ਵਿੱਚ ਹੀ ਸੰਸਰਾਮ ਜੀ ਨੂੰ ਅੱਖਰ ਲਿਖਣੇ ਸਿਖਾ ਦਿੱਤੇ ਗੁਰੂ ਅਮਰਦਾਸ ਜੀ ਨੇ। ਹਾਂਜੀ, ਤਬ ਲਿਖਨ ਲਗਾਇਸ ਸ਼ਬਦ ਤਾਹੇ। ਤੇ ਫਿਰ ਗੁਰੂ ਅਮਰਦਾਸ ਜੀ ਬਾਣੀ ਉਚਾਰਦੇ ਸਨ ਤੇ ਸੰਸਰਾਮ ਜੀ ਲਿਖਦੇ ਹੁੰਦੇ ਸੀਗੇ ਜੀ। ਤੇ ਜਿਨ੍ਹਾਂ ਨੇ ਕੱਲ ਕਥਾ ਧਿਆਨ ਨਾਲ ਸੁਣੀ ਉਹਨਾਂ ਸੁਣਿਆ ਹੋਣਾ ਬਾਬਾ ਸੰਸਰਾਮ ਜੀ ਵੀ ਬਰਾਤ ਵਿੱਚ ਸ਼ਾਮਲ ਨੇ ਜੀ, ਉਹ ਵੀ ਨਾਲ ਹੀ ਨੇ ਜੀ ਬਰਾਤ ਦੇ। ਹਾਂਜੀ, ਸਭ ਗੁਰਨ ਕੇ ਰਬਾਨੀ ਮਹਾਨ। ਕਰ ਖੋਜ ਰੋਜ ਲਿਖ ਕਰ ਸੁਜਾਨ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਬਾਕੀ ਸਤਿਗੁਰਾਂ ਦੀ ਬਾਣੀ ਵੀ ਜਿਹੜੀ ਉਹ ਸੰਸਰਾਮ ਜੀ ਕੋਲੋਂ ਲਿਖਾਉਂਦੇ ਰਹੇ ਆ। ਹਾਂਜੀ, ਸਭ ਸ਼ਬਦ ਸਕਲ ਪੋਥੀ ਸੋਕੀਨ। ਤੋ ਸਾਰੇ ਸ਼ਬਦ ਲਿਖਾ ਕੇ ਮਹਾਰਾਜ ਨੇ ਪੋਥੀ ਸਾਹਿਬ ਬਣਵਾਈ ਇੱਕ। ਹਾਂਜੀ, ਇਹ ਪਿਤਾ ਮੋਹ ਉਪਕਾਰ ਚੀਨ। ਬਾਬਾ ਮੋਹਨ ਜੀ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਤੁਹਾਡਾ ਉਪਕਾਰ ਹੈ, ਮੇਰਾ ਉਪਕਾਰ ਨਹੀਂ, ਮੇਰੇ ਪਿਤਾ ਜੀ ਦਾ ਉਪਕਾਰ ਹੈ, ਕਹਿਣ ਲੱਗੇ। ਸੰਸਰਾਮ ਜੀ ਨੂੰ ਉਹਨਾਂ ਲਿਖਣਾ ਸਿਖਾਇਆ, ਉਹਨਾਂ ਲਿਖਿਆ, ਮੈਂ ਤੇ ਪੋਥੀਆਂ ਹੀ ਸਾਂਭੀਆਂ ਸਨ, ਮੇਰਾ ਤੇ ਕੋਈ ਉਪਕਾਰ ਨਹੀਂ। ਨਿਮਰਤਾ। ਹਾਂਜੀ, ਜਬ ਦੇਵ ਲੋਕ ਪਹੁੰਚੇ ਕਿਰਪਾਲ। ਤਬ ਸੰਸਰਾਮ ਰਾਖੀ ਸੰਭਾਲ। ਕਹਿਣ ਲੱਗੇ ਜਦੋਂ ਫਿਰ ਮੇਰੇ ਪਿਤਾ ਜੀ ਸਰੀਰ ਤਿਆਗ ਕੇ ਸੱਚਖੰਡ ਗਏ, ਦੇਵਪੁਰੀ ਮਹਿ ਗਏ, ਉਸ ਸਮੇਂ ਸੰਸਰਾਮ ਨੇ ਹੀ ਸਾਂਭ ਕੇ ਰੱਖੀਆਂ ਜੀ, ਆਪਣਾ ਨਾਮ ਫਿਰ ਨਹੀਂ ਲਿਆ ਜੀ। ਹਾਂਜੀ, ਤੁਮ ਕਰੀ ਜਾਚ ਨਾ ਬਹੁਰ ਆਏ। ਹਮ ਦਈ ਤਬਹਿ ਸੁਤ ਤੇ ਮੰਗਾਏ। ਤੇ ਤੁਸੀਂ ਜਦੋਂ ਆਏ ਮੰਗੀਆਂ ਮੈਂ ਪੁੱਤਰ ਕੋਲੋਂ ਲੈ ਕੇ ਤੁਹਾਨੂੰ ਦੇਤੀਆਂ, ਮੇਰਾ ਤੇ ਕੰਮ ਹੀ ਕੋਈ ਨਹੀਂ ਹੈਗਾ ਵਿੱਚ, ਕਹਿਣ ਲੱਗੇ ਗੱਜ ਕੇ ਆਖੋ। ਤੇ ਕਥਾ ਤੁਸੀਂ ਸੁਣੀ ਜੀ ਜਦੋਂ ਪੋਥੀਆਂ ਲੈਣ ਗਏ ਸੀਗੇ ਜੀ, ਕਿੰਨਾ ਕੁਝ ਹੋਇਆ ਸੀਗਾ ਜੀ ਉਦੋਂ। ਪਰ ਨਿਮਰਤਾ, ਸਮੇਂ ਨਾਲ ਅਵਸਥਾ ਬਦਲ ਜਾਂਦੀ ਨਾ ਜੀ ਬੰਦੇ ਦੀ। ਹਾਂਜੀ, ਸ਼੍ਰੀ ਅਰਜਨ ਕਹਿ ਅਬ ਚਲਹੁ ਸੰਗ। ਤੇ ਲਓ ਜੀ ਹੁਣ ਆਖੋ ਵਾਹਿਗੁਰੂ ਵਾਹਿਗੁਰੂ। ਐਦਾਂ ਨਹੀਂ ਗੱਜ ਕੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੁਣ ਮਾਮਾ ਜੀ ਕਿਰਪਾ ਕਰੋ ਤੇ ਬਰਾਤ ਦੇ ਨਾਲ ਚੱਲੋ, ਤੁਸੀਂ ਵੀ, ਕਹਿਣ ਲੱਗੇ। ਹਾਂਜੀ, ਨਿਜ ਸੇਵਕ ਬਿਆਹਨ ਕੋ ਉਮੰਗ। ਵਾਹ 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 ਵਾਹ। ਮਹਾਰਾਜ ਕਿੰਨੀ ਨਿਮਰਤਾ ਵਾਲੇ। ਕਹਿੰਦੇ ਹਰਗੋਬਿੰਦ ਸਾਹਿਬ ਤੁਹਾਡੇ ਸੇਵਕ ਨੇ, ਕਹਿਣ ਲੱਗੇ ਇਹਨਾਂ ਦਾ ਵਿਆਹ ਤੇ ਨਾਲ ਚੱਲੋ ਸਾਡੇ। ਹਾਂਜੀ, ਤੁਮ ਬੜੇ ਸਦਾ ਹਮਰੇ ਅਲੰਬ। ਤੁਸੀਂ ਵੱਡੇ ਹੋ, ਆਸਰਾ ਹੋ ਸਾਡੇ। ਹਾਂਜੀ, ਨਿਜ ਸ਼ਰਨ ਹੇਰ ਹੱਥ ਦੁਖ ਕੁਟੰਬ। ਤੇ ਸਾਨੂੰ ਆਪਣੀ ਸ਼ਰਨ ਚ ਜਾਣੋ ਤੇ ਸਾਡੇ ਨਾਲ ਚੱਲੋ ਵਿਆਹ ਦੇ ਵਿੱਚ। ਸੁਨ ਮੋਹਨ ਉੱਤਰ ਬਹੁਰ ਦੀਨ। ਤੇ ਬਾਬਾ ਮੋਹਨ ਜੀ ਸੁਣ ਕੇ ਨਾ ਜੀ ਉੱਤਰ ਦਿੰਦੇ ਆ। ਹਾਂਜੀ, ਸੁਨ ਕੁਟੰਬ ਸੰਗ ਹਮਰੋ ਸੋਲੀਨ। ਕਹਿਣ ਲੱਗੇ ਮਹਾਰਾਜ ਪੁੱਤਰ ਮੇਰਾ ਤੁਹਾਡੇ ਨਾਲ ਹੈ, ਪਰਿਵਾਰ ਮੇਰਾ ਅੱਗੇ ਹੀ ਤੁਹਾਡੇ ਨਾਲ ਹੈ ਸਾਰਾ।
ਹਾਂਜੀ। ਹਮ ਸਦਾ ਸਾਥ ਤੁਮਰੇ ਰਹੰਤ। ਤੇ ਮੈਂ ਵੀ ਤੁਹਾਡੇ ਨਾਲ ਹੀ ਆ, ਕਹਿਣ ਲੱਗੇ ਮੈਂ ਵੀ ਤੁਹਾਡੇ ਨਾਲ ਹੀ ਰਹਿਣਾ ਹੈ। ਹਾਂਜੀ। ਨਿਤ ਮੋਹ ਭਾਵ ਤੋ ਰਹਿ ਇਕੰਤ। ਤੇ ਸਰੀਰ ਕਰਕੇ ਮੈਨੂੰ ਇਕੱਲਾ ਰਹਿਣਾ ਚੰਗਾ ਲੱਗਦਾ ਹੈ, ਕਹਿਣ ਲੱਗੇ। ਹਾਂਜੀ। ਸੁਨ ਕਿਰਪਾ ਭਰੇ ਮਾਤੁਲ ਸੁਬੈਨ। ਹਾਂਜੀ। ਘਰ ਨਮੋ ਉਠੇ ਪੁਨ ਤਾਹੇ ਐਨ। ਤੇ ਫਿਰ ਉੱਥੇ ਮਹਾਰਾਜ ਕਿਰਪਾ ਭਰੇ ਬਚਨ ਸੁਣ ਕੇ ਖੁਸ਼ ਹੋ ਕੇ ਉੱਠ ਪਏ। ਗੋਇੰਦਵਾਲ ਸਾਹਿਬ 'ਚ ਵੀ ਲੰਗਰ ਵਰਤਿਆ ਜੀ, ਮਠਿਆਈਆਂ ਵਰਤੀਆਂ, ਚਾਹ ਵਰਤਿਆ ਜੀ। ਵੇਖੋ ਨਾ ਜੀ, ਸਫ਼ਰ 'ਚ ਤੇ ਵੈਸੇ ਬੜੀ ਭੁੱਖ ਲੱਗਦੀ ਹੈ, ਗੱਜ ਕੇ ਆਪਕੋ ਬੜੀ ਭੁੱਖ ਲੱਗਦੀ ਹੈ ਜੀ। ਤੇ ਉੱਤੋਂ ਵੇ ਵਿਆਹ ਵਾਲਾ ਜੀ, ਤੇ ਨਾਲ ਲਈਆਂ ਹੁਣ ਮਠਿਆਈਆਂ, ਤੇ ਫਿਰ ਕੌਣ ਕਹਿੰਦਾ ਨਹੀਂ ਛਕਣੀਆਂ ਜੀ। ਬੜਾ ਕੁਝ ਉੱਥੇ ਵਰਤਾਰਾ ਵਰਤਿਆ ਜੀ। ਫਿਰ ਮਹਾਰਾਜ ਨੇ ਵਾਜੇ ਵਾਲਿਆਂ ਨੂੰ ਕਿਹਾ ਵਜਾਓ ਵਾਜੇ। ਮਹਾਰਾਜ ਕਹਿੰਦੇ ਚੱਲੀਏ ਹੁਣ, ਅੱਗੇ ਚੱਲੀਏ ਜੀ। ਹਾਂਜੀ। ਸਤਿ ਸ੍ਰੀ ਅਕਾਲ। ਬਰਾਤ ਹੁਣ ਉੱਥੋਂ ਅੱਗੇ ਤੁਰੀ ਜੀ। ਉਲੰਗੀ ਬਰਾਤ ਸਲਤਾ ਸੋ ਪਾਰ। ਤੇ ਬਿਆਸ ਪਾਰ ਕੀਤਾ ਜੀ ਬਰਾਤ ਨੇ ਜੀ। ਉਹਨਾਂ ਦੀ ਬਿਲਕੁਲ ਨਾਲ ਹੀ ਸੀਗਾ ਜੀ ਬਿਆਸ। ਹੁਣ ਤੇ ਥੋੜੇ ਫਰਕ ਤੇ ਹੈ ਨਾ, ਉਦੋਂ ਨਾਲ ਹੀ ਸੀਗਾ। ਅੱਜ ਅਸੀਂ ਕਰਤਾਰਪੁਰ ਸਾਹਿਬ ਜਾਣਾ ਸੀ ਕਥਾ ਕਰਨ, ਰਸਤੇ 'ਚ ਬਿਆਸ ਦਰਿਆ ਆਇਆ, ਤੇ ਮੈਨੂੰ ਸਿੰਘ ਕਹਿਣ ਲੱਗਾ ਜੀ 13 ਦਿਨ ਇਹਦੇ 'ਚ ਮਹਾਰਾਜ ਦਾ ਸਰੂਪ ਰਿਹਾ। ਤੇ ਮੈਂ ਬੇਨਤੀ ਕੀਤੀ ਵੀ ਗੁਰੂ ਸਾਹਿਬਾਂ ਨੇ ਵੀ ਚਰਨ ਪਾ ਕੇ ਇਹਨੂੰ ਪਵਿੱਤਰ ਕੀਤਾ ਹੈ ਜੀ, ਬਿਆਸ ਨੂੰ। ਮਹਾਰਾਜ ਨੇ ਫਿਰ ਬੇੜੀਆਂ ਕਰਵਾਈਆਂ, ਬਰਾਤ ਪਾਰ ਹੋਈ ਜੀ ਉਸ ਪਾਸੇ। ਹਾਂਜੀ। ਬਾਦਿਤ ਭਜੰਤ ਗਮਨੇ ਅਗਾਰ। ਵਾਜੇ ਵੱਜਦੇ ਬਰਾਤ ਅੱਗੇ ਜਾ ਰਹੀ ਹੈ, ਖੁਸ਼ੀਆਂ ਦਾ ਮਾਹੌਲ ਹੈ। ਹਾਂਜੀ। ਸ੍ਰੀ ਹਰਗੋਬਿੰਦ ਨਿਜ ਸੰਗ ਲੀਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲਾਗੇ ਰੱਖਦੇ ਆਪਣੇ। ਹਾਂਜੀ। ਹੋਏ ਨਦੀ ਪਾਰ ਪ੍ਰਸਥਾਨ ਕੀਨ। ਨਦੀ ਬਿਆਸ ਦਰਿਆ ਪਾਰ ਕੀਤਾ, ਸੁਲਤਾਨਪੁਰੇ ਪਹੁੰਚੇ ਸੋ ਜਾਏ। ਤੇ ਫਿਰ ਗੱਡਿਆਂ ਤੇ ਬਹਿ ਗਏ ਜੀ। ਫਿਰ ਵਾਜੇ ਵੱਜੇ ਜੀ, ਸਭ ਮਹਾਂਪੁਰਖ ਸੱਜ ਗਏ। ਤੇ ਸੰਗਤ ਜੀ ਹੁਣ ਕਿੱਥੇ ਪਹੁੰਚੇ ਆ? ਸੁਲਤਾਨਪੁਰ ਲੋਧੀ ਆਏ ਆ। ਤੇ ਕਿਹਦਾ ਸਥਾਨ ਹੈ ਉੱਥੇ? ਬੋਲਿਆ ਕਰੋ ਨਾ, ਮੈਨੂੰ ਪਤਾ ਲੱਗ ਜੇ। ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਜੀ। ਹਾਂਜੀ। ਧਨ ਦੇਤ ਜਾਚ ਤੋ ਜੋਨ ਆਏ। ਉੱਥੇ ਸੁਲਤਾਨਪੁਰ ਲੋਧੀ 'ਚ ਪਹਿਲਾਂ ਹੀ ਲੋਕ ਤਿਆਰ, ਪਤਾ ਹੀ ਬਰਾਤ ਆ ਰਹੀ ਹੈ ਜੀ। ਹਾਂਜੀ। ਮੰਗਣ ਵਾਲੇ ਤਿਆਰ, ਮਹਾਰਾਜ ਨੇ ਖੂਬ ਉਹਨਾਂ ਨੂੰ ਮਾਇਆ ਦਿੱਤੀ। ਸ੍ਰੀ ਗੁਰ ਨਿਦੇਸ਼ ਲੈ ਕਰ ਨਿਵੇਸ਼। ਉਤਰੇ ਸਮੂਹ ਪਿਖ ਥਾਨ ਬੇਸ਼। ਸਤਿਗੁਰੂ ਜੀ ਨੇ ਹੁਕਮ ਕੀਤਾ। ਮਹਾਰਾਜ ਕਹਿੰਦੇ ਹੁਣ ਇੱਥੇ ਹੀ ਰੁਕਣਾ ਆਪਾਂ, ਕਹਿਣ ਲੱਗੇ ਅੱਗੇ ਨਹੀਂ ਜਾਣਾ। ਹਾਂਜੀ। ਸਿਆੰਦਨ ਤੁਰੰਗ ਦੀ ਨਸ ਲਗਾਏ। ਉਸੇ ਵੇਲੇ ਘੋੜੇ ਬੰਨ ਦਿੱਤੇ, ਗੱਡਿਆਂ ਤੋਂ ਰੱਥਾਂ ਤੋਂ ਉਤਰ ਗਏ ਸਾਰੇ। ਹਾਂਜੀ। ਲਗ ਖਾਨ ਪਾਨ ਸਭ ਥਾਏ ਥਾਏ। ਸਭ ਤਿਆਰੀ ਸੀਗੀ ਪਹਿਲਾਂ ਜੀ, ਉਹ ਲੰਗਰ ਲੱਗ ਗਿਆ ਜੀ ਉੱਥੇ ਵੀ ਜੀ। ਕਿੰਨਾ ਹੀ ਸਮਾਂ ਲੱਗ ਗਿਆ, ਦਰਿਆ ਪਾਰ ਕਰਦਿਆਂ ਬੜਾ ਸਮਾਂ ਲੱਗਦਾ ਜੀ। ਹਾਂਜੀ। ਸ੍ਰੀ ਹਰਗੋਬਿੰਦ ਨਿਜ ਸੰਗ ਲੀਨ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਗੁਰ ਨਾਨਕ ਥਲ ਤਿਨ ਦਰਸ ਕੀਨ। ਆਖੋ ਸਾਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਪਵਿੱਤਰ ਅਸਥਾਨ ਤੇ ਲੈ ਕੇ ਗਏ ਜੀ, ਸੁਲਤਾਨਪੁਰ ਲੋਧੀ ਵਿਖੇ ਜੀ। ਹਾਂਜੀ। ਜਹ ਲੱਗੀ ਦੰਤ ਧਾਵਨ ਸੋਬੇਰ। ਜਿੱਥੇ ਮਹਾਰਾਜ ਦੇ ਦਾਤਣ ਨਾਲ ਬੇਰ ਲੱਗੀ ਨਾ, ਬੇਰ ਸਾਹਿਬ ਗੁਰਦੁਆਰਾ ਜਿਹੜਾ ਜੀ, ਮਹਾਰਾਜ ਉੱਥੇ ਲੈ ਕੇ ਗਏ ਜੀ। ਹਾਂਜੀ। ਤਹ ਭੇਟ ਕਰ ਜੋ ਰਹੇਰ। ਤੇ ਤਹ ਭੇਟ ਕਰ ਜੋਰ ਹੇਰ। ਤਹ ਭੇਟ ਕਰ ਜੋਰ ਹੇਰ। ਮਹਾਰਾਜ ਉੱਥੇ ਕਰ ਜੋੜ ਕੇ, ਹੱਥ ਜੋੜ ਕੇ ਉਸ ਬੇਰੀ ਦੇ ਦਰਸ਼ਨ ਕਰਨ ਲੱਗੇ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਦਰਸ਼ਨ ਕਰੋ। ਇਹ ਬੇਰੀ ਉਹ ਹੈ ਮਹਾਰਾਜ ਨੇ ਦਾਤਣ ਕਰਦਿਆਂ ਲਾਈ ਸੀ। ਇਹ ਬੇਰੀ ਸਾਰੀ ਸ਼ੀਤ ਪ੍ਰਸ਼ਾਦ ਹੀ ਹੈ ਗੁਰੂ ਜੀ ਦਾ ਜੀ। ਹਾਂਜੀ। ਪੁਨ ਕਰੀ ਕਾਰ ਮੋਦੀ ਦੁਕਾਨ। ਫਿਰ ਮਹਾਰਾਜ ਉਧਰ ਲੈ ਗਏ ਜੀ, ਜਿੱਥੇ ਮੋਦੀ ਖਾਨਾ ਸੀਗਾ ਜੀ। ਮਹਾਰਾਜ ਨੇ ਮੋਦੀ ਦੀ ਕਾਰ ਕੀਤੀ ਜੀ। ਹਾਂਜੀ। ਤਿਸ ਦਰਸ ਕੀਨ ਨਿਜ ਜੋਰ ਪਾਨ। ਹੱਥ ਜੋੜ ਕੇ ਉਸ ਸਥਾਨ ਦੇ ਦਰਸ਼ਨ ਕੀਤੇ, ਆਪਣੇ ਪੁੱਤਰ ਨੂੰ ਕਰਾਏ, ਸੰਗਤਾਂ ਨੇ ਕੀਤੇ ਜੀ।
ਹਾਂਜੀ। ਨਿਜ ਸੰਗ ਸੰਗਤਾਂ ਸਿੱਖ ਮਹਾਨ। ਬੜੀ ਸਿੱਖ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਹੈ, ਸਤਿਗੁਰੂ ਜੀ ਦੇ। 300 ਪ੍ਰਸੰਗ ਕਰਤੇ ਵਾਹ ਬਖਾਨ। ਵਾਹ। ਮਹਾਰਾਜ ਜਿੱਥੇ ਜਾਂਦੇ ਉੱਥੋਂ ਦੀ ਕਥਾ ਸੁਣਾਉਂਦੇ ਆ ਜੀ। ਇੱਥੇ ਮਹਾਰਾਜ ਨੇ ਇਸ ਤਰ੍ਹਾਂ ਕੀਤਾ, ਆਪ ਹੀ ਤੇ ਨੇ ਗੁਰੂ ਨਾਨਕ ਦੇਵ ਜੀ, ਕੋਈ ਹੋਰ ਥੋੜਾ ਜੀ। ਮਹਾਰਾਜ ਉੱਥੋਂ ਦੀ ਕਥਾ ਸੁਣਾਉਂਦੇ ਆ ਜੀ। ਹਾਂਜੀ। ਦਿਨ ਤੀਨ ਰਹਿ ਸੋਵੇਈ ਮਝਾਰ। ਫਿਰ ਮਹਾਰਾਜ ਵੇਈ ਦੇ ਕੰਢੇ ਲੈ ਗਏ, ਦੱਸਦੇ ਸਾਰਿਆਂ ਨੂੰ, ਭਾਈ ਇੱਥੇ 3 ਦਿਨ ਗੁਰੂ ਨਾਨਕ ਦੇਵ ਜੀ ਵੇਈ ਦੇ ਵਿੱਚ ਹੀ ਰਹੇ ਜੀ, ਸੱਚੇ ਪਾਤਸ਼ਾਹ। ਹਾਂਜੀ। ਪੁਨ ਨਿਕਸ ਲੁਟਾਏ ਵਸਤੂ ਉਧਾਰ। ਤੇ ਜਦੋਂ ਮਹਾਰਾਜ ਬਾਹਰ ਆਏ, ਉਰੋਂ ਸਭ ਮੋਦੀ ਖਾਨਾ ਖਾਲੀ ਕਰ ਦਿੱਤਾ ਜੀ। 13 ਕਰਦਿਆਂ ਸਭ ਖਾਲੀ ਕਰ ਦਿੱਤਾ। ਹਾਂਜੀ। ਬਹੁ ਦੇਸ਼ ਵਿਦੇਸ਼ਨ ਫਿਰ ਵਿਸ਼ੇਸ਼। ਇੱਥੋਂ ਫਿਰ ਮਹਾਰਾਜ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਜੀ। ਹਾਂਜੀ। ਵਿਸਤਾਰ ਦੀਨ ਸਿੱਖੀ ਸੋਬੇਸ। ਤੇ ਮਹਾਰਾਜ ਫਿਰ ਇੱਥੇ ਰਹੇ ਆ, ਤੇ ਉੱਥੇ ਸਿੱਖੀ, ਇੱਥੇ ਰਹਿ ਕੇ ਵੀ ਪ੍ਰਚਾਰ ਕੀਤਾ, ਤੇ ਅੱਗੇ ਇੱਥੋਂ ਹੀ ਪ੍ਰਚਾਰ ਵਾਸਤੇ ਤੁਰੇ। ਇੱਥੋਂ ਹੁਣ ਮਹਾਰਾਜ ਸੁਲਤਾਨਪੁਰ ਲੋਧੀ ਬਰਾਤ ਪਹੁੰਚੀ ਹੈ। ਅੱਗੋਂ ਕੱਲ ਨੂੰ ਕਿੱਥੇ ਜਾਂਦੀ ਹੈ ਉਹ ਆਪਾਂ ਪ੍ਰਸੰਗ ਅੱਗੇ ਸੁਣਾਂਗੇ। ਮਹਾਰਾਜ ਕਿਰਪਾ ਕਰਨ 1-2 ਦਿਨਾਂ ਵਿੱਚ ਵਿਆਹ ਵਾਲਾ ਪ੍ਰਸੰਗ ਆਏਗਾ। ਕੋਸ਼ਿਸ਼ ਕਰਾਂਗਾ ਕੱਲ ਆਪ ਜੀ ਨੂੰ ਤਰੀਕ ਦੱਸ ਦਿੱਤੀ ਜਾਵੇ। 25 ਤਰੀਕ ਨੂੰ ਵੈਸੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਗੁਰਪੁਰਬ ਹੈ, ਤੇ ਮਹਾਰਾਜ ਕਿਰਪਾ ਕਰਨ ਖੁਸ਼ੀਆਂ ਦੇ ਸਮੇਂ ਸਾਨੂੰ ਸਾਰਿਆਂ ਨੂੰ ਦਇਆ ਧਾਰ ਕੇ, ਮਿਹਰ ਧਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਅੱਗੋਂ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਾਰੀ ਸੰਗਤ ਪਿਆਰ ਦੇ ਨਾਲ ਗੱਜ ਕੇ ਕਹੋ ਜੀ। ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਗੁਰਮੁਖ ਵੀਆ ਹੁਣ ਆਇਆ। ਕਿਉਂ ਉਧਰ ਮਾਤਾ ਦਮੋਦਰੀ ਜੀ ਦੇ ਭਾਗ ਜਾਗਣ ਵਾਲੇ ਆ ਜੀ। ਖੁਦ ਪਰਮੇਸ਼ਰ ਰੂਪਤੀ ਉਹਨਾਂ ਨੂੰ ਮਿਲਦਾ। ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਵੀਆ ਹੁਣ ਆਇਆ। ਹਰ ਪ੍ਰਭ ਕਾਜ ਰਚਾਇਆ, ਹਰ ਪ੍ਰਭ ਕਾਜ ਜਪੋ, ਹਰ ਪ੍ਰਭ ਕਾਜ ਰਚਾਇਆ, ਹਰ ਪ੍ਰਭ ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਵੀਆ ਹੁਣ ਆਇਆ, ਗੁਰਮੁਖ ਵੀਆ ਹੁਣ ਆਇਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਬਰਾਤ ਆਪਣੇ ਪੜਾਅ ਤੇ ਪਹੁੰਚ ਹੀ ਰਹੀ ਹੈ ਜੀ, ਪਹੁੰਚ ਰਹੀ ਹੈ। ਰਸਤੇ 'ਚ ਜਿਹੜੇ ਜਿਹੜੇ ਸਥਾਨ ਆਉਣੇ ਸੀ ਉੱਥੇ ਤੇ ਮਹਾਰਾਜ ਨੇ ਰੁਕਣਾ ਹੀ ਨਹੀਂ। ਸੋ ਅੱਗੇ ਉੱਪਰ ਕਥਾ ਕੱਲ ਨੂੰ ਸਰਵਣ ਕਰਾਂਗੇ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਿਆਹ ਦੀ ਕਥਾ